देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आखना। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਮੁਆਸ਼ਰੇ 'ਚ ਬੜਾ ਕੁਝ ਵਾਪਰ ਰਿਹਾ, ਆਲੇ ਦੁਆਲੇ ਦੇ ਵਿੱਚ ਠੱਗੀਆਂ ਚੋਰੀਆਂ ਦਾ ਸਿਲਸਿਲਾ ਵੀ ਜਾਰੀ ਹੈ, ਪਰ ਜਦੋਂ ਕੋਈ ਅਹਿਮ ਵਿਅਕਤੀਆਂ ਨਾਲ ਠੱਗੀ ਮਾਰਦਾ ਹੈ ਤਾਂ ਹੈਰਾਨੀ ਹੁੰਦੀ ਹੈ ਕਿ ਉਹ ਇਸ ਟਰੈਪ ਵਿੱਚ ਫਸ ਕਿਵੇਂ ਗਏ। ਅਸੀਂ ਰੋਜ਼ ਦੇ ਆਧਾਰ ਤੇ ਇੱਕ ਜ਼ਿਕਰ ਕਰ ਰਹੇ ਸੀ ਕਿ ਟਿਕਟਾਂ ਲੈਣ ਲਈ ਕੁਝ ਕਾਂਗਰਸੀਆਂ ਨੇ ਕਿਵੇਂ ਕੁਝ ਠੱਗਾਂ ਨੂੰ ਪੈਸੇ ਦਿੱਤੇ ਤੇ ਕੁਝ ਬਚ ਕੇ ਦਿੰਦੇ ਹੁਣ ਇਹਦੇ ਵਿੱਚ ਕੁਝ ਨਵੇਂ ਮੋੜ ਨੇ। ਇੱਕ ਵੱਡੇ ਕਾਂਗਰਸੀ ਜਿਹੜੇ ਅੱਜ ਕੱਲ ਆਪ ਵਿਜੀਲੈਂਸ ਦੇ ਦਾਇਰਿਆਂ 'ਚ ਨੇ, ਉਹਨਾਂ ਨੇ ਦੱਸਿਆ ਕਿ ਇਹ ਦੋ ਵਿਅਕਤੀ ਉਹਨਾਂ ਨੇ ਫੜ ਕੇ ਫੜਾਏ ਸੀ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਹੋਰ ਬਹੁਤ ਸਾਰੇ ਸਿਆਸੀ ਲੋਕ ਵੀ ਇਸ ਖਲ ਜਗਣ ਦੇ ਵਿੱਚ ਫਸ ਗਏ ਸੀ। ਇਹਦੇ ਨਾਲ ਇੱਕ ਹੋਰ ਸਵਾਲ ਉੱਠਦਾ ਹੈ, ਜਦੋਂ ਇਹ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਤਾਂ ਉਸੇ ਵੇਲੇ ਇਹਦੀ ਸੁਣਵਾਈ ਤਾਂ ਚੱਲ ਹੀ ਰਹੀ ਹੈ ਲੁਧਿਆਣੇ ਦੀ ਕੋਰਟ 'ਚ, ਪਰ ਇਨਕਮ ਟੈਕਸ ਤੇ ਈਡੀ ਸਰਗਰਮ ਹੋ ਗਈਆਂ ਇਹ ਜਾਣਨ ਲਈ ਕਿ ਇਹਨਾਂ ਵਿਅਕਤੀਆਂ ਕੋਲੋਂ ਇੰਨਾ ਕੈਸ਼ ਕਿੱਥੋਂ ਆ ਗਿਆ, ਇਹ ਕਮਾਇਆ ਹੋਇਆ ਸੀ ਜਾਂ ਆਇਆ ਹੋਇਆ ਸੀ। ਇਹ ਸਾਰੀਆਂ ਬਾਤਾਂ ਪਾਉਂਦੇ ਆ। ਤੁਹਾਡੀ ਦਿਲਚਸਪੀ ਵੀ ਆ ਕਿ ਸਾਡੇ ਕਾਨੂੰਨ ਘਾੜੇ ਉੱਥੋਂ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਜੁਗਾੜ ਲਾਉਂਦੇ ਆ। ਵੈਸੇ ਤਾਂ ਇਹ ਵੀ ਰੌਲੇ ਪੈਂਦੇ ਰਹੇ ਕਿ ਪਾਰਲੀਮੈਂਟ ਦੇ ਵਿੱਚ ਕਈ ਵਾਰੀ ਕਾਨੂੰਨ ਬਣਾਉਣ ਲਈ, ਕੋਈ ਬਿੱਲ ਲਿਆਉਣ ਲਈ, ਕੋਈ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਲਈ ਪੈਸੇ ਵੀ ਲੈ ਲਏ ਜਾਂਦੇ ਆ। ਖੈਰ ਆਪਾਂ ਐਡੇ ਲੰਬੇ ਚੱਕਰ 'ਚ ਨਹੀਂ ਪੈਣਾ, ਪਰ ਜਦੋਂ ਭਾਰਤ ਦੇ ਪ੍ਰਮੁੱਖ ਜੱਜ ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ ਮੁਖਾਤਬ ਹੋ ਰਹੇ ਨੇ ਹਾਈ ਕੋਰਟਸ ਨੂੰ ਜਾਂ ਹਾਈ ਕੋਰਟ ਦੇ ਜੱਜਾਂ ਨੂੰ, ਚਿੱਠੀ ਦਾ ਸਾਰੰਸ਼ ਇਹ ਆ ਕਿ ਪ੍ਰੋਟੋਕਾਲ ਦੀ ਆੜ ਦੇ ਵਿੱਚ ਕੁਝ ਗਲਤ ਨਾ ਕਰੋ, ਜ਼ਾਬਤੇ 'ਚ ਰਹੋ। ਹੁਣ ਜੱਜਾਂ ਨੇ ਜ਼ਾਬਤਾ ਤੋੜਿਆ, ਕੋਈ ਜੱਜ ਵੀ ਜ਼ਾਬਤਾ ਤੋੜ ਸਕਦੇ ਆ। ਇਹਨੂੰ ਗੱਲ ਨੂੰ ਅੱਗੇ ਵਧਾਉਂਦੇ ਆ। ਉਹਨਾਂ ਨੇ ਆਪਣੇ ਸਾਰੇ ਕੁਲੀਗ ਨੂੰ ਕਿਹਾ ਸੰਭਲ ਕੇ। ਇੱਕ ਇਸੇ ਖਿੱਤੇ ਦੇ ਹੋਰ ਜੱਜ ਨੇ, ਉਹਨਾਂ ਨੇ ਆਪਣੇ ਆਰਡਰ 'ਚ ਇੱਕ ਲਿਖ ਦਿੱਤਾ ਕਿ ਮੈਨੂੰ ਤਾਂ ਇੱਕ ਮੰਤਰੀ ਯੂਨੀਅਨ ਮਿਨਿਸਟਰ ਦੇ ਪੀਏ ਨੇ 7 ਵਾਰੀ ਇੱਕ ਦਿਨ 'ਚ ਫੋਨ ਕੀਤੇ। ਪਰਿਸਥਿਤੀਆਂ ਦਾ ਵਿਅੰਗ ਦੇਖੋ ਕਿ ਅੱਜ ਕੱਲ ਉਹ ਯੂਨੀਅਨ ਕਾਨੂੰਨ ਮੰਤਰੀ ਨੇ ਜਿਨ੍ਹਾਂ ਦੇ ਪੀਏ ਬਣ ਕੇ ਹੁਣ ਇਸ ਗੱਲ ਦੀ ਜਾਂਚ ਅਜੇ ਹੋਈ ਹੈ ਕਿ ਨਹੀਂ, ਇਹਦੇ ਉੱਤੇ ਵੀ ਜਾਣਿਆ ਕਿ ਕੀ ਉਹ ਸੱਚਮੁੱਚ ਪੀਏ ਸੀ ਜਾਂ ਨੌਸਰਬਾਜ਼ ਸੀ। ਲੇਕਿਨ ਜੱਜ ਸਾਹਿਬ ਨੇ ਆਪਣੇ ਆਰਡਰ 'ਚ ਹੀ ਇਹ ਗੱਲਾਂ ਲਿਖਤੀਆਂ। ਇਹ ਸਾਰੀਆਂ ਗੱਲਾਂ ਤੇ ਜਾਣਿਆ, ਪਰ ਬਚੇ ਸਾਡੇ ਇੱਕ ਸਾਬਕਾ ਡੀਜੀਪੀ ਦੀ ਧਰਮ ਪਤਨੀ ਵੀ ਨਹੀਂ। ਨੌਸਰਬਾਜ਼ਾਂ ਨੇ ਠੱਗ ਉਹਨਾਂ ਨੂੰ ਵੀ ਲਿਆ। ਚਲੋ ਅੱਗੇ ਚੱਲਦੇ ਹਾਂ। ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਅੱਛਾ ਨਹੀਂ ਹੈ? ਕੀ ਉਹਨਾਂ ਦੇ ਪੁਰਾਣੇ ਪ੍ਰਧਾਨ ਸਰਗਰਮ ਨਹੀਂ ਨੇ? ਉਹ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਕੇ ਬੈਠੇ। ਇੰਦਰਪ੍ਰੀਤ ਜੀ ਨੇ ਇਸ ਸਿਲਸਿਲੇ ਦੇ ਵਿੱਚ ਵੱਡੇ ਬੰਦਿਆਂ ਨਾਲ, ਉਸ ਪਾਰਟੀ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਆ। ਇਹਦੇ ਤੇ ਪਰਦਾ ਚੱਕਣ ਦਾ ਯਤਨ ਕਰਦੇ ਆ ਕਿ ਪਾਰਟੀ 'ਚ ਸਭ ਅੱਛਾ ਹੈ ਕਿ ਨਹੀਂ ਹੈ। ਵੈਸੇ ਕਾਂਗਰਸੀ ਕੱਲ ਦਿੱਲੀ 'ਚ ਸੀ ਪੁੱਛਣ ਲਈ ਸਾਡਾ ਕੀ ਬਣਿਆ, ਸਾਡੇ ਲਈ ਕਿਹੜਾ ਰਾਹ, ਕਿੱਥੇ ਜਾਈਏ। ਭਾਸਕਰ ਸਾਹਿਬ, ਇਹ ਜਾਣਕਾਰੀ ਦੇਣੀ ਬੜੀ ਜ਼ਰੂਰੀ ਆ ਵੀ ਕੱਲ ਪ੍ਰਤਾਪ ਸਿੰਘ ਬਾਜਵਾ ਤੇ ਬਾਕੀਆਂ ਨੂੰ ਦਿੱਲੀ 'ਚ ਕੋਈ ਖੈਰ ਪਈ ਕਿ ਨਹੀਂ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਚੈਨਲ ਸ਼ੁਰੂ ਕਰਨ ਦੇ ਨਾਲ YouTube ਚੈਨਲ ਸ਼ੁਰੂ ਕਰਨ ਦੇ ਨਾਲ PTC ਨੂੰ ਵੀ ਬਰਾਬਰ ਤੇ ਬੇਨਤੀ ਕਰਤੀ ਹੈ ਕਿ ਤੁਸੀਂ ਸੈਟੇਲਾਈਟ ਚੈਨਲ 'ਚ ਜਿਵੇਂ ਚੱਲ ਰਹੇ ਹੋ ਇਵੇਂ ਚੱਲਦੇ ਰਹੋ। ਰੌਲਾ ਇਸ ਗੱਲ ਦਾ ਹੈ ਕਿ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫਿਰ ਸ਼ਾਇਦ ਵਿਦੇਸ਼ 'ਚ ਨੇ। ਉਹਨਾਂ ਨੂੰ ਅਦਾਲਤ ਤੋਂ ਇਹਦੀ ਇਜਾਜ਼ਤ ਮਿਲੀ ਹੋਈ ਆ। ਉਹ ਵਿਦੇਸ਼ 'ਚ ਨੇ, ਚਲੇ ਗਏ ਜਾਂ ਜਾਣ ਵਾਲੇ ਨੇ, ਗੱਲ ਵੱਖਰੀ ਆ। ਪਰ ਤੁਹਾਨੂੰ ਯਾਦ ਹੈ ਜਦੋਂ ਪਹਿਲਾਂ ਵੀ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਹੋਈ ਸੀ, ਉਸ ਮੌਕੇ ਤੇ ਵੀ ਸੁਖਬੀਰ ਬਾਦਲ ਇੱਥੇ ਨਹੀਂ ਸੀਗੇ। ਲੇਕਿਨ ਕੱਲ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਆਪਣੀ ਕੋਈ ਵੀ ਟਿੱਪਣੀ ਇਹਦੇ ਤੇ ਨਹੀਂ ਦਿੱਤੀ। ਕਾਰਨ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਸਕੇ ਭਤੀਜੇ ਦੀ ਦੁਖਦਾਈ ਮੌਤ ਹੋਈ ਆ, ਜਵਾਨੀ ਉਮਰੇ ਹੋਈ ਆ। ਪਰ ਇੱਥੇ ਨੋਟਿਸ ਲੈਣ ਵਾਲੀ ਇਹ ਵੀ ਗੱਲ ਆ ਕਿ ਜਦੋਂ ਮਨੀਪੁਰ ਦੇ ਮਾਮਲੇ 'ਚ, ਹਿੰਸਾ ਦੇ ਮਾਮਲੇ 'ਚ, ਧੀਆਂ ਨਾਲ ਬੇਇੱਜ਼ਤੀ ਦੇ ਮਾਮਲੇ 'ਚ ਮਾਮਲਾ ਆਉਂਦਾ ਤਾਂ ਹਰਜਿੰਦਰ ਸਿੰਘ ਧਾਮੀ ਦਾ ਅਧਿਕਾਰਤ ਬਿਆਨ ਆਉਂਦਾ ਹੈ। ਕੱਲ ਵਾਲੇ ਮਾਮਲੇ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੁੱਪ ਨੇ। ਕੀ ਉਹ ਸਹਿਮਤੀ ਨੇ ਇਸ ਗੱਲ ਨਾਲ? ਕਿਉਂਕਿ ਉਹਨਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਕਿਹਾ ਸੀ ਕਿ ਅਸੀਂ PTC ਨੂੰ 23 ਤਰੀਕ ਤੋਂ ਅੱਗੇ ਨਹੀਂ ਵਧਾ ਰਹੇ, ਆਪਣਾ ਚੈਨਲ ਸ਼ੁਰੂ ਕਰ ਰਹੇ ਹਾਂ, ਬਾਕੀ ਪ੍ਰਕਿਰਿਆ ਤੇਜ਼ ਕਰ ਰਹੇ ਹਾਂ। ਲੋਕ ਇਹ ਵੀ ਸਵਾਲ ਪੁੱਛਦੇ ਆ ਕਿ ਜੇਕਰ ਤੁਸੀਂ ਕਿਸੇ ਸ਼ਰਤ ਤਹਿਤ ਨਹੀਂ ਆ ਰਹੇ, ਕਿਸੇ ਕੰਟਰੈਕਟ ਵਿੱਚ ਨਹੀਂ ਵੱਜੇ ਹੋਏ, ਫਿਰ ਕੱਲਾ PTC ਹੀ ਕਿਉਂ? ਜਿਹੜੇ ਇਸ ਖਿੱਤੇ ਦੇ ਵਿੱਚ ਜਾਂ ਪੰਜਾਬੀ ਦੇ ਨਾਲ ਸੰਬੰਧਿਤ ਹੋਰ ਚੈਨਲ ਬਾਕੀ ਗੁਰੂ ਘਰਾਂ ਤੋਂ ਗੁਰਬਾਣੀ ਪ੍ਰਸਾਰਿਤ ਕਰ ਰਹੇ ਆ, ਜਿਨ੍ਹਾਂ ਨੂੰ ਮਰਿਆਦਾ ਬਾਰੇ ਸਮਝ ਆ,
ਤੁਸੀਂ ਸਾਰਿਆਂ ਨੂੰ ਫੀਡ ਦੇ ਦਿੰਦੇ, ਕਿਉਂਕਿ ਤੁਸੀਂ 12 ਲੱਖ ਦੇ ਵਿੱਚ ਉਹ ਫੀਡ ਤਿਆਰ ਕਰਨ ਲਈ ਇੱਕ ਕੰਪਨੀ ਨਾਲ ਇਕਰਾਰ ਕਰ ਲਿਆ, ਤੇ ਤੁਸੀਂ ਉਹਨਾਂ ਸਾਰਿਆਂ ਨੂੰ ਸ਼ਰਤਾਂ ਤਹਿਤ ਜਿੰਨਾ ਦੇਰ ਤੁਸੀਂ ਆਪਣਾ ਚੈਨਲ ਅਧਿਕਾਰਤ ਚੈਨਲ ਸੈਟੇਲਾਈਟ ਚੈਨਲ ਨਹੀਂ ਸ਼ੁਰੂ ਕਰ ਸਕਦੇ, ਉਦੋਂ ਤੱਕ ਉਹਨਾਂ ਸਾਰਿਆਂ ਨੂੰ ਉਹਨਾਂ ਸ਼ਰਤਾਂ ਤਹਿਤ ਆ ਕੇ ਗੁਰਬਾਣੀ ਪ੍ਰਸਾਰਣ ਲਈ ਕਹਿ ਦਿੰਦੇ, ਤਾਂ ਕਿ ਤੁਹਾਡੇ ਉੱਤੇ ਕਿਸੇ ਤਰ੍ਹਾਂ ਦੇ ਪੱਖਪਾਤ ਦੇ ਦੋਸ਼ ਨਾ ਲੱਗਦੇ। ਕਿ ਇਹਦੇ ਨਾਲ ਅਕਾਲੀ ਪੋਲਿਟਿਕਸ ਇੱਕ ਵਾਰੀ ਫਿਰ ਨਹੀਂ ਸਵਾਲਾਂ ਦੇ ਘੇਰੇ 'ਚ? ਕੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਪਬਲਿਕ ਪਰਸੈਪਸ਼ਨ ਤੋਂ ਉੱਭਰਨਾ ਨਹੀਂ ਚਾਹੁੰਦੀ ਕਿ ਤੁਸੀਂ ਆਪਣੇ ਢੰਗ ਦੇ ਫੈਸਲੇ ਕਰਦੇ ਹੋ, ਆਪਣੇ ਲਈ ਕਰਦੇ ਹੋ? ਇੰਦਰਪ੍ਰੀਤ ਜੀ, ਚਲੋ ਮੈਂ ਬਹੁਤ ਜ਼ਿਆਦਾ ਬੋਲਿਆ ਆ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ, ਭਾਰਤ ਦੇ ਚੀਫ ਜਸਟਿਸ ਡੀ.ਵਾਈ ਚੰਦਰਚੂੜ ਜਦੋਂ ਪੱਤਰ ਲਿਖਦੇ ਆ ਹਾਈ ਕੋਰਟਾਂ ਨੂੰ, ਉਹ ਜ਼ਾਬਤੇ 'ਚ ਰਹਿਣ ਦਾ ਜ਼ਿਕਰ ਕਰਦੇ ਆ, ਉਹ ਪ੍ਰੋਟੋਕਾਲ ਦੇ ਨਾਂ ਤੇ ਸਹੂਲਤਾਂ ਤੋਂ ਪਰੇ ਰਹਿਣ ਦੀ ਗੱਲ ਕਰਦੇ ਆ, ਤਾਂ ਮੈਂ ਇਹਨੂੰ ਕਿੱਦਾਂ ਲਵਾਂ? ਕੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਿਉਂਕਿ ਅਸੀਂ ਤੇ ਆਪਣੇ ਖਿੱਤੇ ਦੀ ਗੱਲ ਕਰਾਂਗੇ, ਕੀ ਉਹ ਆਪਣੇ ਐਮਐਲਏ ਨੂੰ ਕਹਿਣਗੇ ਵੀ ਅੱਗੇ ਸਕਾਟ ਕਿਉਂ ਲਾਈ ਫਿਰਦੇ ਹੋ? ਕੀ ਉਹ ਆਪਣੇ ਮੰਤਰੀਆਂ ਨੂੰ ਕਹਿਣਗੇ ਕਿ ਅੱਗੇ ਪਿੱਛੇ 4-4 ਗੱਡੀਆਂ ਕਿਉਂ ਚੱਲਦੀਆਂ ਨੇ? ਕੀ ਉਹ ਕਹਿਣਗੇ ਕਿ ਤੁਸੀਂ ਅਧਿਕਾਰੀਆਂ ਨੂੰ ਦਬਕਾ ਕੇ, ਜਿਵੇਂ ਪਿੱਛੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਮੈਂ ਆਪਣੇ ਹਲਕੇ 'ਚ ਗਿਆ, ਉੱਥੇ ਅਧਿਕਾਰੀ ਨਹੀਂ ਆਏ, ਉਹਨਾਂ ਸਪੀਕਰ ਨੂੰ ਬੇਨਤੀ ਦਿੱਤੀ ਸੀਗੀ। ਸਵਾਲ ਇਹ ਹੈ ਕਿ ਕੀ ਜਿੱਥੇ ਵੀ ਕੋਈ ਸਾਡਾ ਚੁਣਿਆ ਹੋਇਆ ਬੰਦਾ ਜਾਵੇ, ਪ੍ਰੋਟੋਕਾਲ ਦੇ ਤਹਿਤ ਸਾਰੇ ਅਧਿਕਾਰੀ ਇਕੱਠੇ ਕਰ ਲਏ, ਜਿਹੜੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਆ ਕੰਮ ਲਈ ਲੋਕ, ਉਹ ਖੱਜਲ ਖੁਆਰ ਹੁੰਦੇ ਰਹਿਣ? ਤੁਹਾਡਾ ਸ਼ਮਲਾ ਉੱਚਾ ਰਹਿਣਾ ਚਾਹੀਦਾ। ਕਿ ਮੁੱਖ ਮੰਤਰੀ ਦਮ ਦਿਖਾਉਣਗੇ ਕਿ ਉਹ ਤਗੜੇ ਤਾਮ-ਝਾਮ ਨਾਲ ਵਿਚਰ ਰਹੇ ਸਿਆਸਤਦਾਨਾਂ ਨੂੰ, ਸੱਤਾਧਾਰੀਆਂ ਨੂੰ ਸਬਕ ਦੇਣਗੇ, ਔਰ ਪ੍ਰੋਟੋਕਾਲ ਦੇ ਨਾਂ ਥੱਲੇ ਹੁੰਦੀਆਂ ਆਪ ਹੁਦਰੀਆਂ ਨੂੰ ਰੋਕਣ ਲਈ ਕੋਈ ਚਿੱਠੀ ਲਿਖਣਗੇ? ਕਿ ਉਹ ਡੀਸੀਜ਼ ਨੂੰ ਕਹਿਣਗੇ ਕਿ ਇਸ ਤਰ੍ਹਾਂ ਦੇ ਪ੍ਰਚਲਨ ਰੋਕੇ ਜਾਣ? ਜਦੋਂ ਭਾਰਤ ਦੇ ਪ੍ਰਮੁੱਖ ਜੱਜ ਨੇ ਇਹ ਹਿੰਮਤ ਜੁਟਾਈ ਆ, ਇਹ ਜੁਰਤ ਕੀਤੀ ਆ, ਤਾਂ ਕੀ ਸਾਰੇ ਪੋਲੀਟੀਕਲ ਰਜੀਮ ਦੇ ਵਿੱਚ ਇਹਦਾ ਮੈਸੇਜ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਕਿ ਤੁਸੀਂ ਵੀ ਆਪਣੇ ਬੰਦਿਆਂ ਤੇ ਲਗਾਮ ਲਾਓ? ਕੀ ਕਹਿੰਦੇ? ਰੰਧਾਵਾ ਸਾਹਿਬ, ਪਹਿਲਾਂ ਤਾਂ ਆਪਾਂ ਉਸ ਗੱਲ ਤੇ ਜਾਂਦੇ ਹਾਂ ਜਿਹੜੀ ਚੀਫ ਜਸਟਿਸ ਨੇ ਚਿੱਠੀ ਲਿਖੀ ਹੈ ਸਾਰੇ ਸਟੇਟਾਂ ਦੇ ਹਾਈ ਕੋਰਟਾਂ ਨੂੰ। ਉਹ ਇਹ ਹੈ ਕਿ ਇੱਕ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਯਾਤਰਾ ਕਰਨੀ ਸੀ, ਟ੍ਰੇਨ ਦੇ ਵਿੱਚ ਯਾਤਰਾ ਕਰਨੀ ਸੀ, ਸ਼ਾਇਦ ਉਹਨਾਂ ਨਾਲ ਕੋਈ ਯਾਤਰਾ ਸੁਖਦ ਨਹੀਂ ਰਹੀ ਹੋਣੀ ਉਹਨਾਂ ਦੀ, ਤਾਂ ਉਹਨਾਂ ਦੇ ਪ੍ਰੋਟੋਕਾਲ ਆਫੀਸਰ ਨੇ ਜਨਰਲ ਮੈਨੇਜਰ ਨੂੰ ਚਿੱਠੀ ਲਿਖੀ ਹੈ ਵੀ ਰੇਲਵੇ ਦੇ, ਕਿ ਉਹ ਇਹਦਾ ਸਪਸ਼ਟੀਕਰਨ ਦੇਣ ਵੀ ਇਹ ਕਿਉਂ ਵਾਪਰਿਆ ਏਦਾਂ ਦਾ। ਉਹ ਸਪਸ਼ਟੀਕਰਨ ਨੂੰ ਲੈ ਕੇ ਜਿਹੜਾ ਉਹ ਚਿੱਠੀ ਲਿਖੀ ਹੈ, ਉਹਨੂੰ ਲੈ ਕੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਆ ਸੁਪਰੀਮ ਕੋਰਟ ਦੇ, ਉਹ ਬੜੇ ਦੁਖੀ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੋਟੋਕਾਲ ਦੇ ਅਧੀਨ ਤੁਸੀਂ ਇਹ ਜਿਹੀਆਂ ਆਪ ਹੁਦਰੀਆਂ ਕਰ ਰਹੇ ਹੋ, ਇਹ ਠੀਕ ਨਹੀਂ ਹੈਗਾ, ਇਹਨੂੰ ਥੋੜਾ ਜਿਹਾ ਜ਼ਾਬਤੇ 'ਚ ਰਹੋ, ਇਹ ਅਸੀਂ ਉਹਨਾਂ ਤੋਂ ਉੱਪਰ ਨਹੀਂ ਹੈਗੇ, ਮਤਲਬ ਸਭ ਅਸੀਂ ਵੀ ਬਰਾਬਰ ਹੀ ਹਾਂ। ਸੋ ਇਹ ਜਿਹੜੀ ਚੀਜ਼ ਹੈ, ਫਸਟ ਟਾਈਮ ਮੈਨੂੰ ਲੱਗਦਾ ਕਿ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਇਸ ਤਰ੍ਹਾਂ ਦੀ ਜ਼ਰੂਰਤ ਦਿਖਾਈ ਹੈ। ਡੀ.ਵਾਈ ਚੰਦਰਚੂੜ ਵੈਸੇ ਹੀ ਬਹੁਤ ਵਧੀਆ ਫੈਸਲੇ ਲੈਣ ਵਾਲੇ ਜੱਜ ਮੰਨੇ ਜਾਂਦੇ ਨੇ ਤੇ ਅੜਨ ਵਾਲੇ ਜੱਜ ਹੈਗੇ ਆ, ਉਹਨਾਂ ਨੇ ਜਿਹੜੀ ਇਹ ਜ਼ਰੂਰਤ ਦਿਖਾਈ ਹੈ, ਤਾਂ ਮੈਨੂੰ ਲੱਗਦਾ ਵੀ ਉਸ ਤੋਂ ਘੱਟੋ ਘੱਟ ਬਾਕੀ ਸਾਰਿਆਂ ਨੂੰ ਸਬਕ ਲੈਣ ਦੀ ਲੋੜ ਹੈਗੀ ਹੈ ਹੁਣ ਇਸ ਟਾਈਮ। ਕਿਉਂਕਿ ਮੈਂ ਇਹ ਦੇਖਦਾ ਪਿਛਲੇ ਕਈ ਸਮੇਂ ਤੋਂ, ਕਾਫੀ ਸਮੇਂ ਤੋਂ, ਖਾਸ ਤੌਰ ਤੇ ਜਿਹੜੇ ਐਮਐਲਏਜ਼ ਨੇ ਉਹ ਬੜੇ ਮਤਲਬ ਸਾਡੇ ਤੱਤੇ ਹੋਏ ਰਹਿੰਦੇ ਨੇ। ਜੇ ਮਾੜਾ ਜਿਹਾ ਵੀ ਕੋਈ ਉਹਨਾਂ ਨੂੰ ਆਦਰ ਸਤਿਕਾਰ ਨਾ ਮਿਲੇ ਤਾਂ ਉਹ ਤਾਂ ਆਪਣੇ ਕੱਪੜਿਆਂ ਤੋਂ ਬਾਹਰ ਹੀ ਹੋ ਜਾਂਦੇ ਨੇ। ਤਾਂ ਉਹ ਇੱਕ ਹੈਗਾ, ਮਤਲਬ ਉਹ ਬਿਲਕੁਲ ਹੀ ਮਰਿਆਦਾਵਾਂ ਉਲੰਘ ਦਿੰਦੇ ਨੇ। ਜਿਵੇਂ ਕਈ ਵਾਰੀ ਤੁਸੀਂ ਦੇਖੋ ਸਕੂਲਾਂ ਦੇ ਵਿੱਚ ਛਾਪੇ ਮਾਰਨੇ, ਇੱਕ ਐਮਐਲਏ ਦੇ ਕੋਲ ਕੋਈ ਰਾਈਟ ਹੀ ਨਹੀਂ ਹੈ ਵੀ ਸਕੂਲਾਂ ਦੇ ਵਿੱਚ ਛਾਪੇ ਮਾਰੇ। ਉਹ ਸਕੂਲ ਦੇ ਵਿੱਚ ਸੋਸ਼ਲ ਆਡਿਟਿੰਗ ਤਾਂ ਕਰ ਸਕਦਾ ਵੀ ਜਾ ਕੇ ਉਂਝ ਦੇਖਿਆ, ਪਰ ਰਜਿਸਟਰ ਲਿਆ ਜੀ, ਮੈਂ ਤੇਰੀ ਹਾਜ਼ਰੀ ਚੈੱਕ ਕਰਾਂ, ਮੈਂ ਇਹ ਕਰਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਉਹ ਕਰ ਦਿੰਦਾ। ਹਾਂ, ਉਹ ਚੈੱਕ ਕਰ ਲੇ, ਆਪਣਾ ਡੀਓ ਨੂੰ ਲਿਖੇ ਲੈਟਰ ਜਾਂ ਪ੍ਰਿੰਸੀਪਲ ਸੈਕਟਰੀ ਨੂੰ ਲਿਖੇ, ਉਹ ਉਹਦਾ ਅਧਿਕਾਰ ਹੈ। ਇਹ ਨਹੀਂ ਕਿ ਉਹ ਉੱਥੇ ਹੀ ਉਹਨੂੰ ਸਜ਼ਾਵਾਂ ਦੇਣ ਲੱਗ ਜਾਂਦੇ, ਕੈਮਰੇ ਨਾਲ ਲੈ ਕੇ ਜਾਂਦੇ ਆ, ਸਭ ਕੁਝ। ਤੁਸੀਂ ਦੇਖੋ ਕਿਸ ਤਰ੍ਹਾਂ ਦੀ ਮਰਿਆਦਾ ਨੇ। ਮੈਨੂੰ ਲੱਗਦਾ ਵੀ ਹਜੇ ਤੱਕ ਕੋਈ ਤਗੜਾ ਪ੍ਰਿੰਸੀਪਲ ਅੱਗੋਂ ਨਹੀਂ ਟੱਕਰਿਆ ਉਹਨਾਂ ਨੂੰ। ਨਹੀਂ ਤਾਂ ਪ੍ਰਿੰਸੀਪਲ ਦੀ ਤਾਂ ਅਥਾਰਟੀ ਹੈ ਕਿ ਉਹ ਸਕੂਲ ਦੇ ਵਿੱਚ ਕਿਸੇ ਨੇ ਵੀ ਵੜਨਾ ਹੈ ਤਾਂ ਉਸ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਵੜ ਸਕਦਾ ਅੰਦਰ। ਪਰ ਇੱਥੇ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਹੀ ਨਹੀਂ ਹੈ। ਕੋਈ ਆਂਦਾ ਹੈ ਅੰਦਰ ਵੜ ਜਾਂਦਾ। ਇਸੇ ਤਰ੍ਹਾਂ ਹੀ ਚਾਹੇ ਹਸਪੀਟਲ ਹੋਣ, ਉੱਥੇ ਵੀ ਇਸੇ ਤਰ੍ਹਾਂ ਦਾ ਹੀ ਚੱਲੀ ਜਾ ਰਿਹਾ। ਸੋ ਮਰਿਆਦਾਵਾਂ ਪ੍ਰੋਟੋਕੋਲ ਦੇ ਵਿੱਚ ਜਿਹੜਾ ਰਹਿਣਾ ਹੈ, ਇਹ ਮੈਨੂੰ ਲੱਗਦਾ ਕਿ ਪ੍ਰੋਟੋਕੋਲ ਦਾ ਉਲੰਘਣ ਹੈ। ਇਹ ਜਿਹੀਆਂ ਚੀਜ਼ਾਂ ਜਦੋਂ ਤੁਸੀਂ ਕਰਦੇ ਹੋ, ਫਿਰ ਇੱਕ ਪੂਰੀ ਚਿੱਠੀ ਕੱਢੀ ਹੋਈ ਹੈ, ਮਤਲਬ ਸਪੀਕਰ ਸਾਹਿਬ ਨੇ ਤਾਂ ਖੈਰ ਨਹੀਂ ਕੱਢੀ, ਚੀਫ ਸੈਕਟਰੀ ਸਾਹਿਬ ਨੇ ਕੱਢੀ ਹੈ ਕਿ ਜਿੱਤੇ ਵੀ ਕੋਈ ਐਮਐਲਏ ਜਾਂਦਾ ਹੈ ਉਹਦੇ ਆਹ ਪ੍ਰੋਟੋਕੋਲ ਨੇ। ਠੀਕ ਹੈ, ਮਤਲਬ ਉਹ ਇੱਕ ਪ੍ਰੋਟੋਕੋਲ ਹੁੰਦਾ ਵੀ ਤੁਸੀਂ ਆਏ ਨੂੰ ਚਾਹ ਪਾਣੀ ਪੁੱਛਣਾ ਹੈ, ਇਹ ਕਰਨਾ, ਉਦੋਂ ਜੋ ਕੰਮ ਲੈ ਕੇ ਆਓ ਉਹ ਕੰਮ ਦੱਸ ਦੇ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਆਫਿਸਰ ਕੋਈ ਮੀਟਿੰਗ ਲੈ ਰਿਹਾ ਤੇ ਉਹ ਸਾਰੀਆਂ ਮੀਟਿੰਗਾਂ ਛੱਡ ਕੇ ਪਹਿਲਾਂ ਤੁਹਾਡੀ ਗੱਲ ਕਰੇ। ਸੋ ਰੰਧਾਵਾ ਸਾਹਿਬ, ਇਸੇ ਤਰ੍ਹਾਂ ਹੀ ਜੇ ਗੱਲ ਆਪਾਂ ਅੱਜ ਜੱਜਸ ਦੀ ਕਰ ਰਹੇ ਹਾਂ ਤਾਂ ਜੱਜਸ ਦਾ ਵੀ ਸੇਮ ਹੀ ਹਾਲ ਹੈ। ਮੈਂ ਦੇਖਦਾ ਕਿ ਮਤਲਬ ਜੱਜਾਂ ਨੂੰ ਬਹੁਤ ਵਾਰੀ
ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਿਸ 'ਚ ਜੱਜਾਂ ਦੇ ਉੱਤੇ ਤਾਂ ਬਹੁਤ ਲੋਕਾਂ ਨੂੰ ਉਮੀਦਾਂ ਹੁੰਦੀਆਂ, ਪਰ ਜਦੋਂ ਇਸ ਕਿਸਮ ਦੀਆਂ ਗੱਲਾਂ ਆ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਉਮੀਦਾਂ ਟੁੱਟਦੀਆਂ ਵੀ ਨੇ। ਖਾਸ ਤੌਰ ਤੇ ਉਦੋਂ ਜਦੋਂ ਚਲੋ ਚੰਡੀਗੜ੍ਹ ਦੀ ਅਸੀਂ ਗੱਲ ਕਰਦੇ ਹਾਂ, ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਸਪੈਸ਼ਲ ਜਿਹੜੇ ਲੋਕ ਨੇ ਪੁਲਿਸ ਵਾਲੇ ਉਹ ਲਗਾਏ ਹੋਏ ਨੇ ਵੀ ਜਦੋਂ ਜੱਜ ਸਾਹਿਬ ਦੀ ਗੱਡੀ ਤੁਰ ਪਏ ਤਾਂ ਸਾਰੀਆਂ ਹੀ ਜਿਹੜੀਆਂ ਉਹਨੇ ਉਹ ਟ੍ਰੈਫਿਕ ਸਟੈਂਡ ਸਟਿਲ ਕਰ ਦੋ। ਮਤਲਬ ਇਦਾਂ ਦੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਜਦੋਂ ਸਾਨੂੰ ਇਕੁਐਲਿਟੀ ਦੀ ਅਸੀਂ ਗੱਲ ਕਰਦੇ ਹਾਂ ਤੇ ਜੱਜ ਸਾਹਿਬ ਤਾਂ ਉਹਨਾਂ ਨੂੰ ਘੱਟੋ ਘੱਟ ਪਾਲਣ ਕਰਨ। ਬਹੁਤ ਸਾਰੀਆਂ ਹੋਰ ਗੱਲਾਂ ਨੇ। ਮਤਲਬ ਮੈਂ ਇੱਕ ਵਾਰੀ ਮੈਨੂੰ ਯਾਦ ਹੈ ਜਿਹੜੇ ਖੇਤੀ ਮਾਹਿਰ ਹੈਗੇ ਦਵਿੰਦਰ ਸ਼ਰਮਾ ਜੀ, ਉਹਨਾਂ ਨੇ ਵੀ ਕਿਹਾ ਵੀ ਜੱਜਸ ਇਸ ਗੱਲ ਦੇ ਉੱਤੇ ਲੜ ਰਹੇ ਨੇ ਕਿ ਐਤਕੀ ਜਿਹੜੀ ਉਹਨਾਂ ਨੂੰ ਇਹ ਮਿਲੀ ਹੈ 7th ਪੇ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਵਰਦੀ ਧੋਣ ਦਾ ਜਿਹੜਾ ਭੱਤਾ ਮਿਲਿਆ ਉਹ ਬ੍ਰਿਗੇਡੀਅਰ ਨਾਲੋਂ ਘੱਟ ਮਿਲਿਆ। ਮਤਲਬ ਇਹ ਕੋਈ ਲੜਨ ਵਾਲੀਆਂ ਚੀਜ਼ਾਂ ਨੇ। ਮੈਨੂੰ ਤਾਂ ਹੈਰਾਨੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਵੀ ਜੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਇਸ ਚੀਜ਼ਾਂ ਤੇ ਲੜ ਰਹੇ ਨੇ ਤਾਂ ਲੋਕਾਂ ਨੇ ਇਨਸਾਫ ਦੇ ਉੱਤੇ ਕੀ ਗੱਲ ਕਰਨੀ ਹੈ ਉਹਨਾਂ ਨੇ। ਸੋ ਮੈਨੂੰ ਲੱਗਦਾ ਕਿ ਠੀਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਇੱਕ ਆਈਨਾ ਜਿਹਾ ਦਿਖਾਇਆ ਹੈ ਔਰ ਉਹ ਆਈਨਾ ਮੈਨੂੰ ਲੱਗਦਾ ਬਾਕੀਆਂ ਨੂੰ ਵੀ ਦੇਖਣਾ ਚਾਹੀਦਾ। ਵੈਸੇ ਬੜੀਆਂ ਮੁਸ਼ਕਲ ਹਾਲਾਤਾਂ 'ਚ ਵੀ ਕੰਮ ਕਰਦੇ ਨੇ। ਮੈਨੂੰ ਕਈ ਵਾਰੀ ਮਿਲਣ ਗਿਲਣ ਦਾ ਇਸ ਤਰ੍ਹਾਂ ਮੌਕਾ ਮਿਲਦਾ ਹੈ ਔਰ ਮੈਂ ਦੇਖਦਾ ਹਾਂ ਕਿ ਜੱਜਸ ਦੀ ਜ਼ਿੰਦਗੀ ਬੜੀ ਔਖੀ ਹੈ। ਉਹਨਾਂ ਨੂੰ ਸਮਾਗਮਾਂ ਤੋਂ ਦੂਰ ਰਹਿਣਾ ਪੈਂਦਾ। ਇੱਕ ਬੜਾ ਜ਼ਾਬਤਾ ਹੈ, ਅਜੀਬੋ ਗਰੀਬ ਜਿਹਾ ਹੈ। ਭਾਵੇਂ ਬਹੁਤ ਸਾਰੇ ਲੋਕ ਉਹਦੀ ਪਾਲਣਾ ਨਾ ਵੀ ਕਰਦੇ ਹੋਣ ਪਰ ਫਿਰ ਵੀ ਇੱਕ ਸੋਸ਼ਲ ਕਨੈਕਟ ਜਿਹੜਾ ਉਹ ਟੁੱਟਦਾ ਭੱਜਦਾ ਜਿਹਾ ਹੈ। ਉਹਦੇ ਵਿੱਚ ਉਹਨਾਂ ਨੂੰ ਕਾਫੀ ਕੁਝ ਸਹਿਣਾ ਪੈਂਦਾ। ਇਕੱਲਾਪਣ, ਕਈ ਚੀਜ਼ਾਂ। ਖੈਰ ਜੀ ਤਾਂ ਕਰਦਾ ਹੀ ਹੁੰਦਾ ਹੈ। ਮੈਂ ਵੀ ਕਿਤੇ ਪਾਰਟੀ 'ਚ ਭੰਗੜਾ ਪਾਵਾਂ ਫਿਰ ਕਹਿਣਾ ਜੱਜ ਸਾਹਿਬ ਨੱਚਦੇ ਵੇਖੇ ਸੀ। ਰਿਸ਼ਤੇਦਾਰ ਹੀ ਨਹੀਂ ਮਾਨ ਹੁੰਦੇ। ਫਿਰ ਇਹ ਵੀ ਵੇਖਣਾ ਯਾਰ ਮੇਰੀ ਕੋਈ ਫੋਟੋ ਕਿਸੇ ਨਾਲ ਤਾਂ ਨਹੀਂ ਖਿੱਚ ਰਿਹਾ। ਭਾਸਕਰ ਸਾਹਿਬ, ਆਪਾਂ ਮਾਮਲੇ ਤੇ ਉਸ ਤੇ ਚੱਲੀਏ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਗਾਤਾਰ ਕਿ ਜਿਹੜੇ ਫੰਨੇ ਖਾਂ ਸੀ ਉਹਨਾਂ ਨੂੰ ਉਹਨਾਂ ਦੇ ਵੀ ਬਾਪ ਟੱਕਰੇ, ਜਿਹੜੇ ਕਿਤੇ ਮਰੀ ਜੂੰ ਨਹੀਂ ਛੱਡਦੇ, ਉਹਨਾਂ ਕੋਲੋਂ ਕਰੋੜਾਂ ਲੈ ਗਏ। ਦੱਸਿਓ ਜ਼ਰਾ ਕਹਾਣੀ, ਫਿਰ ਤੋਰ ਤੋਂ ਜ਼ਰਾ। ਕੱਲ ਲੁਧਿਆਣਾ ਦੀ ਕੋਰਟ ਦੇ ਵਿੱਚ ਇੱਕ ਹੀਅਰਿੰਗ ਸੀਗੀ। ਗੱਲ ਸੀਗੀ ਉਹਨਾਂ ਨੌਸਰਬਾਜ਼ਾਂ ਦੀ ਜਿਨ੍ਹਾਂ ਨੇ ਕਾਂਗਰਸੀਆਂ ਨੂੰ ਟਿਕਟ ਦੀ ਜਾਂ ਸਰਵੇ ਦੀ ਆੜ ਦੇ ਵਿੱਚ ਲੱਖਾਂ ਰੁਪਏ ਠੱਗੇ। ਔਰ ਸਭ ਤੋਂ ਵੱਡੀ ਠੱਗੀ ਵੱਜੀ ਸੀਗੀ ਕੁਲਵੰਤ ਸਿੰਘ ਸਿੱਧੂ, ਜਿਹੜੇ ਆਤਮ ਨਗਰ ਤੋਂ ਹੁਣ ਐਮਐਲਏ ਹੈਗੇ ਨੇ ਔਰ ਐਮਐਲਏ ਉਹ ਆਮ ਆਦਮੀ ਪਾਰਟੀ ਦੇ ਨੇ। ਉਹਨਾਂ ਨੇ 11 ਮਈ 2021 ਨੂੰ ਇਹ ਕੰਪਲੇਂਟ ਕੀਤੀ ਸੀਗੀ। ਤਦ ਸੀਗੀ ਕਾਂਗਰਸ ਦੀ ਸਰਕਾਰ ਔਰ ਚੰਨੀ ਉਹਨਾਂ ਸ਼ਾਇਦ ਹਜੇ ਮੁੱਖ ਮੰਤਰੀ ਬਣੇ ਨਹੀਂ ਸੀਗੇ, ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਸੀਗੇ। ਤਦ ਤੋਂ ਜਾਂਚ ਚੱਲਦੀ ਪਈ ਹੈ। ਹੁਣ 2022 ਦੇ ਵਿੱਚ ਬਣ ਗਈ ਆਮ ਆਦਮੀ ਪਾਰਟੀ ਦੀ ਸਰਕਾਰ। ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਪਣੇ ਹੀ ਐਮਐਲਏ ਦੇ ਨਾਲ ਕਾਂਗਰਸੀ ਹੁੰਦੇ ਹੋਏ ਵੱਜੀ ਹੋਈ ਠੱਗੀ ਦੇ ਉੱਤੇ ਸਰਕਾਰ ਬਹੁਤੀ ਗੰਭੀਰ ਨਜ਼ਰ ਨਹੀਂ ਆਉਂਦੀ। ਇਸ ਗੱਲ ਦੇ ਇਲਜ਼ਾਮ ਹੁਣ ਅਕਾਲੀ ਦਲ ਵਾਲੇ ਲਾ ਰਹੇ ਨੇ। ਹਜੇ ਤੱਕ ਤੇ ਠੱਗੀ ਵੱਜੇ, ਜਿਨ੍ਹਾਂ ਨਾਲ ਠੱਗੀ ਵੱਜੀ ਸੀ ਉਹ ਕੁਝ ਲੋਕ ਸਾਹਮਣੇ ਵੀ ਆਏ ਸੀ। ਕੋਈ ਕਹਿੰਦਾ 4 ਲੱਖ ਦੀ, ਕੋਈ ਕਹਿੰਦਾ 2.5 ਲੱਖ ਦੀ, ਕੋਈ 7 ਲੱਖ ਦੀ ਤੇ 2 ਕਰੋੜ 56 ਲੱਖ ਦੀ ਕੁਲਵੰਤ ਸਿੰਘ ਸਿੱਧੂ ਹੋਣਾ। ਕੱਲ ਮੈਨੂੰ ਇੱਕ ਕਾਂਗਰਸ ਦੇ ਹੀ ਫਾਰਮਰ ਐਮਐਲਏ ਦਾ ਫੋਨ ਆਇਆ। ਉਹਨਾਂ ਦਾ ਇਹ ਕਲੇਮ ਸੀਗਾ ਕਿ ਭਾਸਕਰ ਸਾਹਿਬ ਆ ਜਿਹੜੇ ਬੰਦੇ ਫੜੇ ਨੇ ਨਾ ਉਹ ਮੈਂ ਫੜੇ ਨੇ ਔਰ ਮੈਂ ਮੇਰੇ ਬੇਟੇ ਰੈਡੀਸਨ ਹੋਟਲ ਜਲੰਧਰ ਦੇ ਵਿੱਚ ਸਾਡੇ ਨਾਲ ਵੀ ਠੱਗੀ ਮਾਰਨ ਵਾਸਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ। ਤੇ ਜਦ ਮੈਨੂੰ ਇਹਨਾਂ ਤੇ ਸ਼ੱਕ ਹੋਇਆ ਕਿਉਂਕਿ ਇਹ ਪ੍ਰਸ਼ਾਂਤ ਕਿਸ਼ੋਰ ਦੀ ਲੋਕੇਸ਼ਨ ਉੱਥੇ ਦੀ ਦੱਸ ਰਹੀ ਸੀ ਜਿੱਥੇ ਉਸ ਦਿਨ ਪ੍ਰਸ਼ਾਂਤ ਕਿਸ਼ੋਰ ਨਹੀਂ ਸੀ। ਕੁਲਦੀਪ ਵੈਦ ਫਾਰਮਰ ਐਮਐਲਏ, ਉਹਨਾਂ ਦਾ ਕਹਿਣਾ ਸੀਗਾ ਕਿ ਜਦ ਰੈਡੀਸਨ ਹੋਟਲ ਮਿਲਣ ਆਏ ਤੇ ਅਸੀਂ ਇਹਨਾਂ ਦਾ ਕੀਤਾ ਪਿੱਛਾ। ਇਹਨਾਂ ਕੋਲ ਗੱਡੀ ਸੀ ਸਵਿਫਟ, ਸਾਡੇ ਕੋਲ ਸੀਗੀ ਐਂਡੀਵਰ। ਅਸੀਂ ਜਾ ਕੇ ਇਹਨਾਂ ਨੂੰ ਫੜ ਲਿਆ। 2 ਅਸੀਂ ਫੜੇ, ਬਾਅਦ ਚੋਂ ਤੀਜਾ ਪੁਲਿਸ ਨੇ ਆਪ ਫੜਿਆ ਸੀਗਾ। ਮੇਰਾ ਪੁੱਛਣਾ ਸੀਗਾ ਕਿ ਵੈਦ ਸਾਹਿਬ ਤੁਹਾਡਾ ਨਾਂ ਨਹੀਂ ਹੈਗਾ ਬਤੌਰ ਕੰਪਲੇਨੈਂਟ? ਉਹ ਕਹਿੰਦੇ ਨਹੀਂ, ਕੰਪਲੇਂਟ ਤੇ ਕੀਤੀ 2 ਕਰੋੜ 56 ਲੱਖ ਵਾਲੇ ਕੁਲਵੰਤ ਸਿੰਘ ਸਿੱਧੂ ਉਹਨਾਂ ਨੇ, ਪਰ ਫੜ ਕੇ ਮੈਂ ਦਿੱਤੇ ਸੀਗੇ। ਔਰ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਮੇਰੀ ਵੀਡੀਓ, ਮੇਰੇ ਖਬਰਾਂ ਦੇ ਵਿੱਚ ਨਾਮ ਵੀ ਆਇਆ ਸੀ ਵੀ 2 ਨੌਸਰਬਾਜ਼ਾਂ ਨੂੰ ਫੜਿਆ। ਉਹਨਾਂ ਦਾ ਦਾਅਵਾ ਇਹ ਵੀ ਸੀ ਕਿ ਹੈ ਤੇ ਜਿਹੜੇ ਨਾਂ ਤੁਸੀਂ ਲੈ ਰਹੇ ਹੋ ਔਰ ਉਸ ਤੋਂ ਕਈ ਵੱਡੇ ਨਾਂ ਹੋਰ ਵੀ ਨੇ ਜਿਨ੍ਹਾਂ ਤੋਂ ਠੱਗੀ ਵੱਜੀ ਹੈ। ਉਹ ਸ਼ਰਮ ਦੇ ਮਾਰੇ ਅੱਗੇ ਨਹੀਂ ਆਉਂਦੇ ਕਿਉਂਕਿ ਜਦ ਕਈ ਵਾਰ ਠੱਗੀ ਵੀ ਵੱਜ ਜਾਏ ਤੇ ਨਾਂ ਵੀ ਦੂਜੇ ਪਾਸੇ ਚੱਲ ਜਾਏ, ਜਿਹੜਾ ਕਿ ਚੱਲਣਾ ਸ਼ੁਰੂ ਹੋ ਗਿਆ। ਹੁਣ 2 ਕਰੋੜ 56 ਲੱਖ ਦੀ ਰਾਸ਼ੀ ਈਡੀ ਕਿਉਂ ਨਾ ਤੱਕੇ, ਇਨਕਮ ਟੈਕਸ ਕਿਉਂ ਨਾ ਦੇਖੇ, ਇਸ ਗੱਲ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਤੇ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਜੀ ਇਹਨੂੰ ਤੁਸੀਂ ਕੋਗਨੀਜੈਂਸ ਲੈ ਕੇ ਈਡੀ ਤੇ ਉਹ ਜਿਹੜੀ ਇਨਕਮ ਟੈਕਸ ਹੈ ਇਹ ਜਾਂਚ ਕਰੋ। ਤੁਹਾਡੇ ਐਮਐਲਏ, ਜਿਹੜਾ ਹੁਣ ਤੁਹਾਡਾ ਐਮਐਲਏ ਹੈ, ਪਹਿਲੇ ਕਾਂਗਰਸੀ ਹੁੰਦਾ ਸੀ, 2 ਕਰੋੜ 56 ਲੱਖ ਰੁਪਏ ਲਿਆਇਆ ਕਿੱਥੋਂ? ਔਰ ਜਿਹੜੇ 4 ਲੱਖ 7 ਲੱਖ ਵਾਲੇ ਹੈ ਉਹਨਾਂ ਨੇ ਵੀ ਕੈਸ਼ ਕਿੱਥੋਂ ਦਿੱਤਾ? ਹੁਣ ਤੇ ਖਲਾਰਾ ਪੈ ਗਿਆ। ਮੈਨੂੰ ਇਹ ਲੱਗਦਾ ਕੁਝ ਹੋਰ ਐਮਐਲਏ ਬਣਨ ਦੀ ਚਾਹ ਰੱਖਣ ਵਾਲੇ ਸ਼ਾਇਦ ਸਾਹਮਣੇ ਆਣੇ ਸੀ, ਘੱਟ ਤੋਂ ਘੱਟ ਉਹ ਤੇ ਨਹੀਂ ਆਣਗੇ। ਪਰ ਕੁਲਦੀਪ ਸਿੰਘ ਵੈਦ ਉਹਨਾਂ ਦਾ ਇਹ ਕਲੇਮ ਕਰਨਾ
ਕਿ ਫੜੇ ਮੈਂ ਸੀਗੇ, ਮੇਰਾ ਨਾਂ ਤੁਸੀਂ ਕਿਸੇ ਜਗ੍ਹਾ ਲੈ ਨਹੀਂ ਰਹੇ। ਇਹ ਸਾਰੀ ਗੱਲਾਂ ਹੁਣ ਅੱਗੇ ਤੁਰਨੀ ਸ਼ੁਰੂ ਹੋ ਗਈ ਹੈ। ਦੇਖੋ ਹੁਣ ਪੋਲੀਟੀਕਲ ਖਲਾਰਾ ਤੇ ਪੈ ਰਿਹਾ, ਕਿਉਂਕਿ ਬੀਜੇਪੀ ਨੇ ਵੀ ਇਹਦੀ ਇਨਵੈਸਟੀਗੇਸ਼ਨ ਕਰਨ ਦੀ ਗੱਲ ਕੀਤੀ ਹੈ। ਉਹਨਾਂ ਦਾ ਵੀ ਕਹਿਣਾ ਹੈ ਕਿ ਆਪਰੇਸ਼ਨ ਲੋਟਸ ਦੇ ਉੱਤੇ ਤੁਸੀਂ 5 ਕਰੋੜ 25 ਕਰੋੜ ਤੱਕ ਦੀ ਗੱਲਾਂ ਕੀਤੀਆਂ, ਪਰ ਜਿੱਥੇ ਇਹ ਗੱਲ ਐਮਐਲਏ ਆਪ ਮੰਨ ਰਹੇ ਨੇ ਕਿ 2 ਕਰੋੜ 56 ਲੱਖ ਰੁਪਏ ਦਿੱਤੇ, ਉੱਥੇ ਤੁਸੀਂ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਰਹੇ। ਡਿਸਪ੍ਰੋਪੋਰਸ਼ਨੇਟ ਆਫ ਐਸੈਟ ਦਾ ਕੇਸ ਨਹੀਂ ਬਣਦਾ। ਇਹ ਸਾਰੀ ਗੱਲਾਂ ਹੁਣ ਅੱਗੇ ਚੱਲ ਰਹੀ ਹੈ, ਔਰ ਹੁਣ ਲੱਗਦਾ ਕੁਲਵੰਤ ਸਿੰਘ ਸਿੱਧੂ ਉਹਨਾਂ ਨੂੰ ਵੀ ਅਫਸੋਸ ਹੁੰਦਾ ਹੋਏਗਾ ਕਿ ਮੈਂ ਉਹ ਕੰਪਲੇਂਟ ਕੀਤੀ ਕਿਉਂ, ਇੱਕ ਤੇ ਠੱਗੀ ਵੱਜੀ, ਉਤੋਂ ਇਨਕਮ ਟੈਕਸ ਤੇ ਈਡੀ ਵਾਲੇ ਵੀ ਆਪਣੇ ਮਗਰ ਪਾ ਲੈਣੇ ਆ। ਇਹ ਸਾਰੀ ਗੱਲਾਂ ਹੁਣ ਅੱਗੇ ਤੁਰਨੀ ਸ਼ੁਰੂ ਹੋ ਗਈ। ਭਾਸਕਰ ਸਾਹਿਬ, ਦੂਜੇ ਦੋ ਮਾਮਲੇ ਵੀ ਇਹਦੇ ਨਾਲ ਜੋੜ ਦਿਓ, ਕਿਉਂਕਿ ਬਿਲਕੁਲ ਨਾਲ ਜੁੜਦੇ ਨੇ। ਮੈਨੂੰ ਪਹਿਲਾਂ ਤਾਂ ਇਹ ਦੱਸਿਓ ਵੀ ਜਦੋਂ ਇੱਕ ਜੱਜ ਨੂੰ ਫੋਨ ਇੱਕ ਪੀਏ ਕਰਦਾ ਹੈ, ਮੰਤਰੀ ਦਾ ਪੀਏ ਬਣ ਕੇ, ਉਹ ਬਣ ਕੇ ਕਰਦਾ ਕਿ ਸੱਚੀ ਪੀਏ ਸੀ? ਦੂਜੀ ਗੱਲ, ਜੱਜ ਸਾਹਿਬ ਨੇ ਵੀ ਉਹ ਸਾਰਾ ਬਿਊਰਾ ਉਸ ਇਬਾਰਤ ਵਿੱਚ ਲਿਖਦਾ ਜਿਹਨੂੰ ਕੋਰਟ ਆਰਡਰ ਕਹਿੰਦੇ ਆ। ਇਹ ਵੀ ਗੱਲ ਜਰਾ ਦੱਸ ਦਿਓ, ਕਿਉਂਕਿ ਇਹ ਜਾਲ ਬੜੇ ਫੈਲ ਰਹੇ ਆ। ਕੱਲ ਲੁਧਿਆਣੇ ਦੇ ਕਮਿਸ਼ਨਰ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਸਿੱਧੂ ਸਾਹਿਬ, ਮਨਦੀਪ ਸਿੰਘ ਸਿੱਧੂ, ਉਹਨਾਂ ਨੇ ਵੀ ਇੱਕ ਘਰ ਦੇ ਵਿੱਚੋਂ ਇੱਕ ਰੈਕਟ ਫੜਿਆ ਜਿਹੜੇ ਇੱਕ ਦਿਨ 'ਚ ਲੱਖਾਂ ਕਰੋੜਾਂ ਰੁਪਏ ਲੋਕਾਂ ਕੋਲ ਠੱਗ ਲੈਂਦੇ ਸੀ। ਖੈਰ, ਤੁਸੀਂ ਤੇ ਜਿਹੜੀਆਂ ਦੋ ਸਾਹਮਣੇ ਆਈਆਂ ਘਟਨਾਵਾਂ, ਇੱਕ ਸਾਬਕਾ ਡੀਜੀਪੀ ਭਾਵਰਾ ਸਾਹਿਬ ਦੀ ਪਤਨੀ ਦੀ ਖਬਰ ਚੱਲ ਰਹੀ ਹੈ, ਉਹ 'ਚ ਸੱਚ ਕੀ ਹੈ ਝੂਠ ਕੀ ਹੈ, ਇਹ ਦੋਨੇ ਜਰਾ ਜੋੜ ਦਿਓ। ਜਿੱਥੇ ਤੱਕ ਜੱਜ ਸਾਹਿਬ ਦੀ ਗੱਲ ਹੈਗੀ ਹੈ, ਐਡੀਸ਼ਨਲ ਸੈਸ਼ਨ ਜੱਜ ਹੈਗੇ ਨੇ ਕੁਰੂਖੇਤਰਾ ਦੇ, ਤੇ ਉਹਨਾਂ ਕੋਲ ਇੱਕ ਕੇਸ ਪੈਂਡਿੰਗ ਸੀਗਾ। ਕੇਸ ਸੀਗਾ ਹਰਿਆਣਾ ਐਗਰੋ ਇੰਡਸਟਰੀ ਦੇ ਨਾਲ ਇੱਕ ਡਿਸਪਿਊਟ ਸੀਗਾ। ਕੋਈ ਸ਼ਾਮ ਓਵਰਸੀਜ਼ ਨਾਮ ਦੀ ਕੰਪਨੀ ਹੈਗੀ ਹੈ, ਜਿਨ੍ਹਾਂ ਨੇ ਕੁਝ ਸ਼ੈਲਰ ਕਰਕੇ ਜਾਂ ਉਹਨਾਂ ਨੂੰ ਫੂਡ ਗ੍ਰੇਨ ਦਾ ਮਾਮਲਾ ਜਿੱਦਾਂ ਅਕਸਰ ਹੁੰਦਾ ਹੈ, ਉਹਦੇ ਵਿੱਚ ਉਸ ਵਿਅਕਤੀ ਨੂੰ, ਉਸ ਪ੍ਰੋਪਰਾਈਟਰ ਨੂੰ, ਉਸ ਕੰਪਨੀ ਦੇ ਸਜ਼ਾ ਹੋ ਚੁੱਕੀ ਸੀ, ਕਿਉਂਕਿ ਚੈੱਕ ਬਾਉਂਸ ਦਾ ਇਹ ਮਾਮਲਾ ਸੀਗਾ। ਕੁਝ ਚੈੱਕ ਕੱਟ ਕੇ ਉਹਨਾਂ ਨੇ ਹਰਿਆਣਾ ਐਗਰੋ ਇੰਡਸਟਰੀ ਨੂੰ ਦਿੱਤੇ ਸੀਗੇ। ਇਸ ਮਾਮਲੇ ਦੇ ਉੱਤੇ ਜੱਜ ਸਾਹਿਬ ਆਸ਼ੂ ਕੁਮਾਰ ਜੈਨ, ਉਹਨਾਂ ਦਾ ਇਹ ਕਹਿਣਾ ਹੀ ਨਹੀਂ ਹੈ, ਬਲਕਿ ਉਹਨਾਂ ਨੇ ਆਪਣੇ ਆਰਡਰ ਦੇ ਵਿੱਚ ਵੀ ਲਿਖਤਾ। ਉਹਨਾਂ ਨੇ ਲਿਖਿਆ ਹੈ ਕਿ ਮੈਨੂੰ 1 ਨੰਬਰ ਤੋਂ 6 ਜੁਲਾਈ, ਜਿਸ ਦਿਨ ਇਸ ਆਰਡਰ ਦੀ ਇਹ ਆਰਡਰ ਸੁਣਾਇਆ ਗਿਆ ਸੀ, ਉਸ ਦਿਨ ਵੀ 1 ਨੰਬਰ ਤੋਂ 7 ਕਾਲ ਆਈ। ਕਲੇਮ ਸੀਗਾ ਮੈਂ ਸਚਿਨ ਸ਼ਿੰਡੇ ਬੋਲ ਰਿਹਾ, ਪ੍ਰਾਈਵੇਟ ਸੈਕਟਰੀ ਯੂਨੀਅਨ ਮਿਨਿਸਟਰ ਅਰਜੁਨ ਰਾਮ ਮੇਘਵਾਲ ਦਾ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਕੇਸ ਦੇ ਵਿੱਚ ਐਡਜੋਨਮੈਂਟ ਪਾ ਦਿਓ, ਯਾਨੀ ਇਸ ਕੇਸ ਨੂੰ ਡਿਲੇ ਕਰ ਦਿਓ 5-6 ਮਹੀਨੇ। ਜੱਜ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਸਾਫ਼ ਕਹਿਤਾ ਕਿ ਇਹ ਮੈਰਿਟ ਤੇ ਹੀ ਡਿਸਾਈਡ ਹੋਏਗਾ। ਪਰ ਇਸ ਤੋਂ ਪਹਿਲੇ ਜਦ ਅਰਜੁਨ ਰਾਮ ਮੇਘਵਾਲ ਮੰਤਰੀ ਹੁੰਦੇ ਸੀ, ਫੂਡ ਪ੍ਰੋਸੈਸਿੰਗ ਮਿਨਿਸਟਰ, ਕਿਉਂਕਿ ਰਿਜੀਜੂ ਸਾਹਿਬ ਨੂੰ ਚੇਂਜ ਕਰਕੇ ਕੁਝ ਟਾਈਮ ਪਹਿਲੇ, ਯਾਨੀ ਜੁਲਾਈ ਦੇ ਮਹੀਨੇ ਦੇ ਵਿੱਚ ਚੇਂਜ ਕੀਤਾ ਗਿਆ ਸੀਗਾ, ਜਾਂ ਉਸ ਤੋਂ ਬਾਅਦ ਸਚਿਨ ਸ਼ਿੰਡੇ ਦਾ ਨਾਮ ਆਪਣੇ ਆਰਡਰ ਦੇ ਵਿੱਚ ਵੀ ਉਹਨਾਂ ਨੇ ਕੀਤਾ। ਇਹ ਗੱਲ ਬੜੀ ਗੰਭੀਰ ਹੈ, ਕਾਰਨ ਕਿ ਜੇ ਯੂਨੀਅਨ ਲਾਅ ਮਿਨਿਸਟਰ ਦੇ ਦਫ਼ਤਰ ਤੋਂ ਇਹ ਮੈਸੇਜ ਆ ਰਿਹਾ ਹੈ ਔਰ ਜੱਜ ਸਾਹਿਬ ਆਪਣੇ ਆਰਡਰ ਦੇ ਵਿੱਚ ਇਹ ਗੱਲ ਲਿਖ ਰਹੇ, ਯੂਨੀਅਨ ਮਿਨਿਸਟਰੀ ਦਾ ਕੋਈ ਰਿਐਕਸ਼ਨ ਆਇਆ ਜਾਂ ਨਹੀਂ ਆਇਆ? ਇਸ ਮੁੱਦੇ ਦੇ ਉੱਤੇ ਸਚਿਨ ਸ਼ਿੰਡੇ ਨਾਮ ਦੇ ਵਿਅਕਤੀ ਨੂੰ ਫੜਿਆ ਗਿਆ। ਕੀ ਉਹ ਨੌਸਰਬਾਜ਼ ਸੀਗਾ? ਕੀ ਉਹ ਵਾਕਈ ਪਰਸਨਲ ਸੈਕਟਰੀ ਸੀਗਾ ਮੰਤਰੀ ਸਾਹਿਬ ਦਾ? ਇਹ ਸਾਰੀ ਗੱਲਾਂ ਦਾ ਜ਼ਿਕਰ ਇਸ ਆਰਡਰ ਦੇ ਵਿੱਚ ਤੇ ਨਹੀਂ ਹੋਇਆ, ਨਾ ਹੀ ਇਸ ਖਬਰ ਦੇ ਵਿੱਚ ਹੈਗਾ, ਪਰ ਇਹਦੇ ਉੱਤੇ ਵੀ ਅਸੀਂ ਜ਼ਰੂਰ ਇਨਵੈਸਟੀਗੇਟ ਕਰਾਂਗੇ ਕਿ ਸਚਿਨ ਸ਼ਿੰਡੇ ਦਾ ਬਣਿਆ ਕੀ। ਸਚਿਨ ਸ਼ਿੰਡੇ ਅਸਲੀ ਸੀ ਜਾਂ ਫਿਰ ਉਹ ਉਦਾਂ ਦਾ ਹੀ ਨੌਸਰਬਾਜ਼ ਸੀ ਜਿਹੜਾ ਪੀਕੇ ਦੇ ਨਾਂ ਤੇ ਸਾਡੇ ਪੰਜਾਬ ਦੇ ਕਾਂਗਰਸੀਆਂ ਨਾਲ ਵੱਡੀ ਠੱਗੀ ਮਾਰ ਗਏ। ਹੁਣ ਗੱਲ ਅੰਜਲੀ ਭਵਰਾ ਉਹਨਾਂ ਦੀ ਕਰੀਏ। ਵੀਕੇ ਭਵਰਾ ਉਹਨਾਂ ਦੀ ਮੈਡਮ ਹੈਗੇ ਆ, ਉਹ ਦਿੱਲੀ 'ਚ ਰਹਿੰਦੇ ਨੇ, ਵੱਡੇ ਅਹੁਦੇ ਦੇ ਉੱਤੇ ਉਹ ਆਈਐਸ ਆਫੀਸਰ ਹੈਗੇ ਨੇ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਫਲੈਟ ਆਪਣਾ ਕਿਰਾਏ ਤੇ ਦੇਣਾ ਸੀਗਾ। ਸੋਸ਼ਲ ਸਾਈਟ ਦੇ ਉੱਤੇ ਉਹਨਾਂ ਨੇ ਪਾਤਾ ਵਿਗਿਆਪਨ, ਇਸ਼ਤਿਹਾਰ ਪਾਤਾ। ਉਹਨਾਂ ਨੂੰ ਕਿਸੇ ਨੌਸਰਬਾਜ਼ ਦਾ ਫੋਨ ਆਇਆ ਕਿ ਜੀ ਇਹ ਮੈਂ ਲੈਣਾ ਚਾਹੁੰਦਾ, ਮੈਂ ਆਰਮੀ ਅਫਸਰ ਹੈਗਾ ਤੇ ਮੈਂ ਆਪਣੇ ਪਰਿਵਾਰ ਨੂੰ ਚੰਡੀਗੜ੍ਹ 'ਚ ਸ਼ਿਫਟ ਕਰਨਾ ਹੈ, ਤੇ ਤੁਸੀਂ ਦੱਸੋ ਮੈਂ ਤੁਹਾਡੇ ਕਿਰਾਇਆ 25,000 ਦੇ ਉੱਤੇ ਗੱਲ ਮੁੱਕ ਗਈ। 25,000 ਗੱਲ ਦੇ ਉੱਤੇ ਉਹ ਕਹਿੰਦੇ ਤੁਸੀਂ ਆਪਣਾ ਮੈਨੂੰ UPI ਦਾ ਉਹ ਦਿਓ, ਮੈਂ ਤੁਹਾਡੇ ਫੋਨ ਦੇ ਉੱਤੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਣਾ। ਪਹਿਲੇ ਉਹਨੇ ਪਾਏ 5 ਰੁਪਏ। ਅੰਜਲੀ ਭਾਵਰਾ ਉਹਨਾਂ ਨੂੰ ਵਿਸ਼ਵਾਸ ਹੋ ਗਿਆ 5 ਪਾਤੇ ਤੇ ਬਾਕੀ ਦੇ 25 ਵੀ ਪਾਈ ਦੂਗਾ, ਪਰ ਉਹਨੇ ਬਾਅਦ ਚੋਂ ਉਹ ਕਹਿੰਦੇ ਵੀ ਹੁਣ ਪੇਮੈਂਟ ਹੋ ਨਹੀਂ ਰਹੀ, ਤੁਸੀਂ ਮੈਨੂੰ ਆ ਲਿੰਕ ਭੇਜ ਰਿਹਾ, ਲਿੰਕ ਖੋਲੋ, ਕਲਿੱਕ ਕਰੋ ਤੇ ਤੁਹਾਡੇ ਅਕਾਊਂਟ ਵਿੱਚ ਪੈਸੇ ਆ ਜਾਣਗੇ। ਜਦ ਉਹਨਾਂ ਨੇ ਉਸ ਲਿੰਕ ਨੂੰ ਕਲਿੱਕ ਕੀਤਾ ਤੇ ਪੈਸੇ ਆਣੇ ਕੀ ਦੂਰ ਸੀਗੇ, 2,84,000 ਰੁਪਏ ਔਰ ਕੁਝ ਪੈਸੇ ਵੀ ਸੀ ਨਾਲ, ਇਹ ਉਹਨਾਂ ਦੇ ਅਕਾਊਂਟ ਤੋਂ ਚਲੇ ਗਏ। ਹੁਣ ਗੱਲ ਫਾਰਮਰ DGP ਦੀ ਪਤਨੀ ਦੀ ਹੋਏ ਔਰ ਵੱਡੀ IAS ਆਫੀਸਰ ਦੀ ਹੋਏ ਤੇ ਫਿਰ ਪੁਲਿਸ ਤੇ ਐਕਟਿਵ ਹੁੰਦੀ ਹੈ। ਭਾਵੇਂ ਇਹ ਘਟਨਾ 1 ਮਹੀਨੇ ਪਹਿਲੇ ਹੋਈ ਸੀ, ਲੇਕਿਨ ਇਹਦੇ ਉੱਤੇ ਪੁਲਿਸ ਐਕਟਿਵ ਹੁੰਦੇ ਹੋਏ ਰਾਜਸਥਾਨ ਦੇ ਵਿੱਚੋਂ ਇੱਕ ਠੱਗ ਨੂੰ ਫੜ ਲਿਆ ਔਰ ਉਹਨੇ ਇਹ ਗੱਲ ਮੰਨ ਲਈ ਕਿ ਵੀ ਇਹਨੇ ਇਹ ਸਾਈਬਰ ਠੱਗੀ ਮਾਰੀ ਸੀ। ਪਰ ਏਦਾਂ ਦੀ ਠੱਗੀ ਬਹੁਤ ਸਾਰੇ ਆਮ ਵਿਅਕਤੀਆਂ ਨਾਲ ਵੀ ਹੁੰਦੀ ਹੈ, ਪਰ ਉਹਨਾਂ ਦਾ ਫੜਿਆ ਜਾਣਾ ਕਾਫੀ ਮੁਸ਼ਕਿਲ ਜਿਹਾ ਲੱਗਦਾ। ਪਰ ਹਾਂ, ਜਦ ਗੱਲ ਅਫਸਰਾਂ ਦੀ ਆਉਂਦੀ ਹੈ ਤੇ ਇਹ ਠੱਗੀ ਵਾਲਾ ਫੜਿਆ ਜ਼ਰੂਰ ਗਿਆ। ਔਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮਨਦੀਪ ਸਿੰਘ ਸਿੱਧੂ ਹੋਣਾ ਜਿਹੜੇ ਲੁਧਿਆਣੇ ਵਾਲੇ ਸਾਡੇ ਪੁਲਿਸ ਕਮਿਸ਼ਨਰ ਨੇ,
ਉਹਨਾਂ ਨੇ ਪਹਿਲੇ ਵੀ ਇਦਾਂ ਦਾ ਇੱਕ ਕਾਲ ਸੈਂਟਰ ਫੜਿਆ ਸੀਗਾ ਤੇ ਹੁਣ ਫੇਰ ਫੜ ਲਿਆ। ਠੱਗੀ ਵੀ ਮਾਰਦੇ ਸੀ ਜਿਹੜੇ ਬਾਹਰ ਰਹਿੰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ, ਉਹਨਾਂ ਦੇ ਨਾਲ। ਉਹ ਵੀ ਕੱਲ ਇੱਕ ਵੱਡੀ ਮੇਰੇ ਖਿਆਲ ਨਾਲ 30-35 ਉਹ ਮੁਲਾਜ਼ਮ ਜਿਹੜੇ ਠੱਗੀ ਮਾਰਨ ਦੇ ਵਿੱਚ ਪੂਰਾ ਆਪਣੀ ਕੰਪਨੀ ਦਾ ਸਾਥ ਦਿੰਦੇ ਸੀਗੇ, ਉਹ ਬਿਠਾ ਕੇ ਫੋਟੋ 'ਚ ਖਿਚਾਈ ਹੋਈ ਸੀ। ਬੜਾ ਵਧੀਆ ਕੰਮ ਕਰ ਰਹੇ ਨੇ ਮਨਦੀਪ ਸਿੰਘ ਸਿੱਧੂ, ਔਰ ਇਦਾਂ ਦਾ ਕੰਮ ਕਰਕੇ ਪੰਜਾਬੀਆਂ ਨੂੰ ਔਰ ਬਾਹਰ ਵਸਦੇ ਪੰਜਾਬੀਆਂ ਨੂੰ, ਅਮਰੀਕਾ ਨੂੰ ਜਾਂ ਪੂਰੇ ਦੁਨੀਆ ਦੇ ਲੋਕਾਂ ਨੂੰ ਇਹਨਾਂ ਠੱਗੀਆਂ ਤੋਂ ਬਚਾਉਣ ਦਾ ਕੰਮ ਕਰਨਾ ਚਾਹੀਦਾ, ਕੰਟੀਨਿਊ ਰਹਿਣਾ ਚਾਹੀਦਾ। ਪਰ ਜਿਹੜਾ ਸਾਈਬਰ ਸੈੱਲ, ਸਾਈਬਰ ਕੰਪਲੇਂਟ ਕਰਨ ਵਾਸਤੇ ਇੱਕ ਕੇਂਦਰ ਨੇ ਵੀ ਇੱਕ ਨੰਬਰ ਦਿੱਤਾ ਹੋਇਆ, ਫੋਨ ਨੰਬਰ, ਉਹਦੇ ਉੱਤੇ ਤੁਸੀਂ ਰੰਧਾਵਾ ਜੀ ਕੰਪਲੇਂਟ ਕਰ ਵੀ ਦਿਓ, ਕੋਈ ਐਕਸ਼ਨ ਨਹੀਂ ਹੁੰਦਾ ਹੈ। ਤੇ ਅੰਜਲੀ ਭਵਰਾ ਸੀਗੀ ਜਿਨ੍ਹਾਂ ਦੀ ਕੰਪਲੇਂਟ ਦੇ ਉੱਤੇ ਕੋਈ ਐਕਸ਼ਨ ਹੋ ਗਿਆ। ਮੈਂ ਆਪ ਉਹਦੇ ਉੱਤੇ ਕੰਪਲੇਂਟ ਕੀਤੀ ਹੈ, ਅੱਜ ਤੱਕ ਕੋਈ ਫੀਡਬੈਕ ਨਹੀਂ ਆਇਆ, ਕੋਈ ਬਣਿਆ ਕਿ ਨਹੀਂ ਬਣਿਆ। ਪਰ ਉਹ ਨੌਸਰਬਾਜ਼ ਦਾ ਪੂਰਾ ਕਿਸ ਅਕਾਊਂਟ 'ਚ ਪੈਸੇ ਗਏ, ਸਾਰੀ ਚੀਜ਼ਾਂ ਦੇਣ ਦੇ ਬਾਵਜੂਦ ਵੀ ਕੋਈ ਉਹਦਾ ਰਿਡਰਸਲ ਨਹੀਂ ਹੋਇਆ। ਤੁਹਾਨੂੰ ਕਿੰਨੇ ਦੀ ਠੱਗੀ ਵੱਜੀ? ਮੈਨੂੰ 25,000 ਰੁਪਏ ਦੀ ਵੱਜੀ। ਅੱਛਾ ਇੰਦਰਪ੍ਰੀਤ ਜੀ, ਅੰਜਲੀ ਭਾਵਰਾ ਤਾਂ ਪੰਜਾਬ ਕਾਡਰ ਦੇ ਆਈਐਸ ਨੇ ਨਾ, ਅੱਜ ਕੱਲ ਉੱਥੇ ਡੈਪੂਟੇਸ਼ਨ ਤੇ ਨੇ। ਮੈਂ ਰਣਜੀਤ ਸਿੰਘ ਢਿੱਲੋਂ ਤਰਨਤਾਰਨ ਦੇ ਐਸਐਸਪੀ ਸੀਗੇ, ਮੇਰੇ ਇੱਕ ਕਰੀਬੀ ਰਿਸ਼ਤੇਦਾਰ ਨਾਲ ਕੋਈ ਲਗਭਗ 1,40,000 ਰੁਪਏ ਦੀ ਇਸ ਤਰ੍ਹਾਂ ਹੀ ਨੌਸਰਬਾਜ਼ਾਂ ਨੇ ਠੱਗ ਲਏ। ਤੇ ਮੈਂ ਉਹਨਾਂ ਨੂੰ ਕਿਹਾ ਤੇ ਉਹ ਬੜੇ ਉਦਾਸੀਨ ਸੀ ਇਸ ਮਾਮਲੇ 'ਚ, ਕਹਿੰਦੇ ਯਾਰ ਹੁੰਦਾ ਤੇ ਕੱਖ ਨਹੀਂ, ਬਹੁਤੇ ਤੇ ਨਹੀਂ ਵੱਜੇ। ਮੈਂ ਕਿਹਾ ਜੀ ਇੰਨੇ ਕੁ ਵੱਜੇ, ਕਹਿੰਦੇ ਚਲੋ ਬਚਾਅ ਹੋ ਗਿਆ। ਹੁਣ ਢਿੱਲੋਂ ਸਾਹਿਬ ਸਾਡੇ ਮਿੱਤਰ ਨੇ, ਗੁੱਸਾ ਕਰਨਗੇ, DIG ਬਣ ਗਏ ਨੇ, ਪਰ ਸਵਾਲ ਇਹ ਆ ਵੀ ਜਿਨ੍ਹਾਂ ਦੀ ਗਾਂ ਉਹਨਾਂ ਨੇ ਡਿਊਟੀ ਲਾਈ, ਉਹਨਾਂ ਨੇ ਵੀ ਹੌਸਲਾ ਦਿਲਾਸਾ ਦੇ ਕੇ ਕਹਿਤਾ ਵੀ ਇਹਨਾਂ ਦਾ ਬਣਦਾ ਕੱਖ ਨਹੀਂ। ਹੁਣ ਅਸੀਂ ਅੰਜਲੀ ਭਾਵਰਾ ਵਾਲੀ ਕਿਸਮਤ ਤੇ ਲਿਖਾ ਕੇ ਨਹੀਂ ਨਾ ਆਏ ਵੀ ਇਹੋ ਜਿਹੇ ਭਾਸਕਰ ਸਾਹਿਬ ਦਾ 25 ਮੁੜ ਜਾਂਦਾ, ਮੇਰੇ ਰਿਸ਼ਤੇਦਾਰ ਦਾ 1,40,000 ਮੁੜ ਜਾਂਦਾ। ਪੰਜਾਬ ਦਾ ਵਾਹਵਾ ਹੀ ਸਰਮਾਇਆ ਏਦਾਂ ਲੁੱਟਿਆ ਪੁੱਟਿਆ ਪਿਆ। ਪੁਲਿਸ ਨੂੰ ਇਸੇ ਕੰਮ ਤੇ ਹੀ ਲਾ ਛੱਡੋ। ਇੱਕ ਦਿਨ ਇੰਦਰਪ੍ਰੀਤ ਜੀ ਕਹਿੰਦੇ ਸੀ ਵੀ ਨਸ਼ਾ ਚਲੇ ਗਿਆ NCB ਕੋ, ਕ੍ਰਾਈਮ ਚਲੇ ਗਿਆ NIA ਕੋਲ, ਔਰ ED ਨੇ ਲੈ ਲਿਆ ਆਰਥਿਕ ਅਪਰਾਧ, ਤੇ ਆਪਾਂ ਇਹੀ ਕੰਮ ਕਰ ਲਿਆ ਕਰੀਏ। ਖੈਰ ਇੰਦਰਪ੍ਰੀਤ ਜੀ ਤੋਰਿਓ ਗੱਲ, ਕੱਲ ਦੁੱਖ ਬੜੇ ਰੋਏ ਗਏ, ਕੱਲ ਬਾਜਵਾ ਸਾਹਿਬ ਵਾਲੀ ਗੱਲ ਵੀ ਕਰਾਂਗੇ। ਪਰ ਪਹਿਲਾਂ ਮੈਨੂੰ ਇਹ ਦੱਸੋ, ਤੁਹਾਡੀ ਭਾਜਪਾਈਆਂ ਨਾਲ ਕੋਈ ਗੱਲ ਹੋਈ? ਇਹ ਸਟੋਰੀਆਂ ਕਿਉਂ ਛਪੀ ਜਾਂਦੀਆਂ ਨੇ ਕਿ ਅਸ਼ਵਨੀ ਸ਼ਰਮਾ ਮੰਨ ਨਹੀਂ ਰਹੇ, ਉਹ ਇਹਨਾਂ ਦੇ ਸਮਾਗਮਾਂ ਤੋਂ ਦੂਰੀ ਬਣਾ ਰਹੇ ਆ, ਉਹ ਪੰਜਾਬ ਭਾਜਪਾ ਦੇ ਵਿੱਚ ਬਹੁਤਾ ਸਰਗਰਮ ਨਹੀਂ ਹੋ ਰਹੇ। ਪੁਰਾਣੇ ਪ੍ਰਧਾਨ ਨੇ, ਕਈ ਸੰਪਰਕ ਹੋਣਗੇ, ਕਈ ਕੁਝ ਲੈਣ ਦੇਣ ਕਰਨਾ ਹੋਊਗਾ ਨਵੇਂ ਪ੍ਰਧਾਨ ਨਾਲ, ਕਹਿੰਦੇ ਉਹ ਤਾਂ ਲਾਗੇ ਵੀ ਨਹੀਂ ਆਉਣਾ ਚਾਹੁੰਦੇ। ਸੋ ਇਹ ਸਾਰੇ ਮਾਮਲੇ ਨੂੰ ਤੁਸੀਂ ਜਦੋਂ ਪਰਖ ਚ ਲਿਆਂਦਾ, ਚੈੱਕ ਕੀਤਾ, ਸਚਾਈ ਕੀ ਨਿਕਲੀ? ਕੀ ਸੱਚਮੁੱਚ ਮਨਮੁਟਾਵ ਨੇ, ਦੂਰੀਆਂ ਨੇ? ਕੀ ਕਹਿੰਦੇ ਨੇ ਇਹ ਵੱਡੇ ਲੀਡਰ, ਕਿ ਲੜੇ ਹੋਏ ਨੇ ਜਾਂ ਮੰਨ ਗਏ ਜਾਂ ਰੁੱਸੇ ਹੋਏ ਅਜੇ ਵੀ? ਨਹੀਂ ਦੇਖੋ ਰੰਧਾਵਾ ਸਾਹਿਬ, ਏਦਾਂ ਹੈਗਾ ਕਿ ਜਿਹੜੀ ਜਿਸ ਤਰ੍ਹਾਂ ਦੀ ਰੁਖਸਦੀ ਹੋਈ ਹੈ ਆਪਣੇ ਅਸ਼ਵਨੀ ਜੀ ਦੀ, ਉਸ ਕਿਸੇ ਦਾ ਵੀ ਮਨ ਤਾਂ ਟੁੱਟ ਹੀ ਸਕਦਾ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਮੈਂ ਉਹਨਾਂ ਦੇ ਦੁੱਖ ਨੂੰ ਸਮਝ ਸਕਦਾ, ਕਿਉਂਕਿ ਇੱਕ ਵਾਰੀ ਪਾਰਟੀ ਨੇ ਉਹਨਾਂ ਨੂੰ 3 ਸਾਲ ਲਈ ਬਣਾਇਆ, ਉਹਨਾਂ ਟਰਮ ਵੀ ਪੂਰੀ ਕਰ ਲਈ ਦਸੰਬਰ ਦੇ ਵਿੱਚ, ਪਰ ਦਸੰਬਰ ਦੇ ਵਿੱਚ ਹੀ ਸਾਰੇ ਪ੍ਰੈਜ਼ੀਡੈਂਟਾਂ ਦੀ ਟਰਮ ਇਹ ਕਹਿ ਕੇ ਵਧਾਤੀ ਵੀ 2024 ਬਿਲਕੁਲ ਸਿਰ ਦੇ ਉੱਤੇ ਹੈ, ਨਵੇਂ ਪ੍ਰਧਾਨ ਉਸ ਤਰ੍ਹਾਂ ਕੰਮ ਨਹੀਂ ਕਰ ਪਾਣਗੇ ਜਿਸ ਤਰ੍ਹਾਂ ਦਾ ਮਤਲਬ ਪਾਰਟੀ ਚਾਹੁੰਦੀ ਹੁੰਦੀ ਹੈ ਕਿ ਉਹ, ਕਿਉਂਕਿ ਨਵੇਂ ਪ੍ਰਧਾਨ ਨੂੰ ਤਾਂ ਨਵੇਂ ਸਿਰੇ ਤੋਂ ਹੀ ਸਾਰਾ ਕੁਝ ਸੋਚਣਾ ਪਏਗਾ। ਸੋ ਇਸ ਕਰਕੇ ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਵੀ ਮੈਂ ਤਾਂ ਅਗਲੇ 2024 ਤੱਕ ਤਾਂ ਮੈਂ ਘੱਟੋ ਘੱਟ ਹੈਗਾ ਹੀ ਹਾਂ, ਪਰ ਇਨ ਬਿਟਵੀਨ ਹੀ ਜਦੋਂ ਜਿਸ ਤਰ੍ਹਾਂ ਉਹਨਾਂ ਨੂੰ ਹਟਾਤਾ ਗਿਆ 6 ਮਹੀਨੇ ਬਾਅਦ ਹੀ, ਤਾਂ ਉਹ ਉਹਨਾਂ ਨੂੰ ਚੁੱਭ ਰਿਹਾ ਕਿ ਮੈਨੂੰ ਹਟਾਇਆ ਜਿਹੜਾ ਜਿਸ ਤਰ੍ਹਾਂ ਗਿਆ ਉਹ ਠੀਕ ਨਹੀਂ। ਮੈਨੂੰ ਪਤਾ ਲੱਗਿਆ ਜੋ ਮੇਰੀ ਗੱਲਬਾਤ ਹੋਈ ਹੈ ਮਤਲਬ ਇਹਨਾਂ ਨਾਲ, ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸ਼ਾਇਦ ਜਾਖੜ ਸਾਹਿਬ ਨੂੰ ਫੋਨ ਜ਼ਰੂਰ ਕੀਤਾ ਹੈ ਵੀ ਮੈਂ ਤੁਹਾਡੇ ਤੋਂ ਨਾਰਾਜ਼ ਨਹੀਂ ਹਾਂ, ਮੈਂ ਆਪਣੀ ਪਾਰਟੀ ਤੋਂ ਨਾਰਾਜ਼ ਹਾਂ। ਇਹ ਹੁਣ ਦੋਨਾਂ ਦੇ ਵਿੱਚ ਦੀ ਗੱਲ ਹੈ, ਮੈਂ ਇਹਦੇ ਬਾਰੇ ਨਹੀਂ ਜ਼ਿਆਦਾ ਜਾਣਕਾਰੀ ਹੋਰ ਦੇ ਸਕਦਾ, ਪਰ ਇਹ ਠੀਕ ਹੈ ਬਹੁਤ ਸਾਰੇ ਉਹ ਪ੍ਰੋਗਰਾਮਾਂ 'ਚ ਨਹੀਂ ਜਾ ਰਹੇ। ਆਮ ਤੌਰ ਤੇ ਕਦੇ ਇਦਾਂ ਨਹੀਂ ਹੋਇਆ ਕਿ ਨਵਾਂ ਪ੍ਰਧਾਨ ਜਦੋਂ ਟੇਕ ਓਵਰ ਕਰਦਾ ਹੈ ਤਾਂ ਪੁਰਾਣਾ ਪ੍ਰਧਾਨ ਉਸ ਟਾਈਮ ਉੱਥੇ ਮੌਜੂਦ ਨਾ ਹੋਵੇ। ਬੀਜੇਪੀ 'ਚ ਕਲਚਰ ਨਹੀਂ ਹੈਗਾ, ਬੀਜੇਪੀ 'ਚ ਇਹ ਹੁੰਦਾ ਹੀ ਹੈ ਨਵਾਂ ਪ੍ਰਧਾਨ ਜਦੋਂ ਟੇਕ ਓਵਰ ਕਰਦਾ ਹੈ ਤਾਂ ਪੁਰਾਣਾ ਪ੍ਰਧਾਨ ਉੱਥੇ ਮੌਜੂਦ ਰਹਿੰਦਾ। ਇਹ ਫਸਟ ਟਾਈਮ ਹੈ ਕਿ ਉਹ ਨਹੀਂ ਹੈਗੇ। ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਆਪਣੇ ਪੁਰਾਣਾ ਗ੍ਰਹਿ ਜ਼ਿਲ੍ਹਾ ਸੀ ਗੁਰਦਾਸਪੁਰ, ਉਹਦੇ ਵਿੱਚ ਜਦੋਂ ਜਾਖੜ ਸਾਹਿਬ ਗਏ ਆ ਉਹਦੇ ਵਿੱਚ ਵੀ ਉਹ ਨਹੀਂ ਗਏ। ਉਹ ਬੜਾ ਇੰਪੋਰਟੈਂਟ ਫੰਕਸ਼ਨ ਸੀ ਉੱਥੇ, ਕਿਉਂਕਿ ਜਾਖੜ ਸਾਹਿਬ ਇਸ ਟਾਈਮ ਸਾਰੇ ਜਿੰਨੇ ਵੀ ਡਿਸਟ੍ਰਿਕਟ ਨੇ ਪਹਿਲਾਂ ਉਹ ਕਵਰ ਕਰ ਰਹੇ ਆ। ਹਾਲਾਂਕਿ ਹੁਣ ਉਹਨਾਂ ਨੂੰ ਵਿੱਚ ਜੇ ਪਾਰਟੀ ਨੇ ਬੁਲਾ ਲਿਆ ਦਿੱਲੀ, ਤਾਂ ਸ਼ਾਇਦ ਉਹਨਾਂ ਡਿਲੇ ਹੋ ਗਿਆ, ਮਾਲਵੇ 'ਚ ਜਾਣਾ ਡਿਲੇ ਹੋ ਗਿਆ, ਅਦਰਵਾਈਜ਼ ਉਹ ਦੁਆਬੇ ਤੇ ਮਾਝਾ ਹਾਲਾ ਤਾਂ ਤਕਰੀਬਨ ਉਹਨਾਂ ਨੇ ਪੂਰਾ ਕਰ ਹੀ ਲਿਆ ਸੀ, ਹੁਣ ਦੁਬਾਰਾ ਸ਼ੁਰੂ ਕਰਨਗੇ ਮਾਲਵਾ। ਸੋ ਇਹ ਜਿੱਥੇ ਦੇਖੋ ਪਾਰਟੀ ਦਾ ਮਤਲਬ ਮੈਂ ਕਹਿ ਰਿਹਾ ਵੀ ਪਾਰਟੀ ਹੈ, ਅਜੇ ਤਾਂ ਮਾਲਵੇ 'ਚ ਤਾਂ ਪਾਰਟੀ ਹੈ ਹੀ ਨਹੀਂ ਨਾ ਕਿਤੇ। ਉਹ ਤਾਂ ਜੇ ਆਪਾਂ ਦੇਖਦੇ ਹਾਂ ਇਕੱਲੀ ਇੱਕ ਫਾਜ਼ਿਲਕਾ ਅਬੋਹਰ ਸੀਟ ਨੂੰ ਛੱਡ ਕੇ ਫਿਰ ਸਿੱਧਾ ਇੱਥੇ ਰਾਜਪੁਰਾ ਹੀ ਆਉਂਦੀ ਹੈ।
ਵਿੱਚ ਵਿਚਾਲੇ ਤਾਂ ਕੋਈ ਸੀਟ ਨਹੀਂ ਹੈ ਉਹਨਾਂ ਕੋਲੇ। ਪਰ ਦੁਆਬਾ ਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਇਹ ਡਿਸਟ੍ਰਿਕਟ ਉਹਨਾਂ 'ਚ ਚੰਗੇ ਉਹ ਹੈਗਾ। ਫਿਰ ਉਸ ਤੋਂ ਬਾਅਦ ਪਠਾਨਕੋਟ, ਮਾਝੇ ਦੇ ਵਿੱਚ ਜਿਹੜਾ ਹੈਗਾ ਉਹਨਾਂ 'ਚ ਉੱਥੇ ਚੰਗੀਆਂ ਸੀਟਾਂ ਹੈਗੀਆਂ ਨੇ। ਉੱਥੇ ਵੀ ਅਗਰ ਪੁਰਾਣੇ ਪ੍ਰਧਾਨ ਅਗਰ ਉਹਨਾਂ ਨਾਲ ਨਹੀਂ ਜਾ ਰਹੇ ਤਾਂ ਇਹਦਾ ਮਤਲਬ ਤਕਲੀਫ ਕੁਝ ਜ਼ਿਆਦਾ ਹੈ। ਠੀਕ ਹੈ ਵੀ ਹਜੇ ਭਾਰਤੀ ਜਨਤਾ ਪਾਰਟੀ 'ਚ ਦੂਸਰੀਆਂ ਪਾਰਟੀਆਂ ਵਾਂਗੂ ਬਿਲਕੁਲ ਓਪਨਲੀ ਆ ਕੇ ਵਿਰੋਧ ਕਰਨਾ ਮੈਨੂੰ ਨਹੀਂ ਲੱਗਦਾ, ਇਸ ਤਰ੍ਹਾਂ ਦਾ ਕਦੀ ਹੁੰਦਾ ਨਹੀਂ ਹੈ ਕਿ ਵੱਡੇ ਲੀਡਰਸ ਕਦੀ ਏਦਾਂ ਵਿਰੋਧ ਕਰਦੇ ਹੋਣ। ਮੈਂ ਤਾਂ ਬਹੁਤ ਛੋਟੇ ਤਾਂ ਜਿਹੜੇ ਲੀਡਰ ਹੁੰਦੇ ਆ ਉਹ ਤਾਂ ਭਾਵੇਂ ਕਹਿ ਦੇਣ, ਪਰ ਵੱਡੇ ਲੀਡਰਸ ਨੂੰ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਉਹ ਇਸ ਤਰ੍ਹਾਂ ਦਾ ਵਿਰੋਧ ਕਰਦੇ ਹੋਣ। ਸੋ ਹਜੇ ਉਸ ਤਰ੍ਹਾਂ ਦੀ ਚੁੱਪੀ ਹੈ, ਇੱਕ ਚੁੱਪੀ ਇਹ ਵੀ ਚੱਲ ਰਹੀ ਹੈ। ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵੀ ਆਪਣੇ ਇਹ 'ਚ ਸ਼ਾਮਲ ਕਰਨ ਲਈ ਡੋਰੇ ਪਾ ਰਹੀ ਹੈ, ਪਰ ਇਹਦੀ ਪੁਸ਼ਟੀ ਹਜੇ ਕਿਸੇ ਨੇ ਨਹੀਂ ਕੀਤੀ ਹੈਗੀ। ਇਹ ਸਿਰਫ ਅਫਵਾਹਾਂ ਨੇ ਜਾਂ ਜਾਣ ਕੇ ਪਲਾਂਟ ਕਰਾਈਆਂ ਜਾ ਰਹੀਆਂ ਨੇ ਖਬਰਾਂ। ਇਸ ਬਾਰੇ ਮੈਂ ਹਜੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਇਹ ਪੁਸ਼ਟੀ ਕੋਈ ਨਹੀਂ ਕਰ ਰਿਹਾ, ਨਾ ਭਾਜਪਾ ਵੱਲੋਂ ਹੋ ਰਹੀ ਹੈ ਔਰ ਨਾ ਹੀ ਆਮ ਆਦਮੀ ਪਾਰਟੀ ਵੱਲੋਂ ਹੋ ਰਹੀ ਹੈ। ਸੋ ਜਿਹੜੀ ਅਸ਼ਵਨੀ ਸ਼ਰਮਾ ਨੇ ਉਹਨਾਂ ਦੀ ਤਾਂ ਤਕਲੀਫ ਸਮਝ ਆਉਂਦੀ। ਇੰਦਰਪ੍ਰੀਤ ਜੀ, ਇਹਦਾ ਮਤਲਬ ਹੈ ਕਿ ਮਾਸਟਰ ਮੋਹਨ ਲਾਲ ਨੇ ਅਖਾੜੇ 'ਚ ਗੁਰਜ ਰੱਖਤਾ ਕਿ ਚੱਕ ਲਿਆ, ਸਕੂਟਰ ਨੂੰ ਤੇਲ ਤੂਲ ਦੇ ਲਿਆ ਕਿ ਨਹੀਂ, ਕੱਪੜਾ ਮਾਰ ਲਿਆ ਕਿ ਨਹੀਂ। ਉਹ ਸਕੂਟਰ ਤੇ ਤੁਰੇ ਫਿਰਦੇ ਹੁੰਦੇ ਸੀ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ। ਉਹਨਾਂ ਦੇ ਸਿਤਾਰੇ ਗਰਦਸ਼ ਵਿੱਚ ਚਲੇ ਗਏ ਜਦੋਂ ਅਸ਼ਵਨੀ ਸ਼ਰਮਾ ਦਾ ਉਦੇ ਹੁੰਦਾ ਹੈ, ਤੇ ਫਿਰ ਉਹਨਾਂ ਨੇ ਚੁੱਪ ਕਰਕੇ ਭਾਣਾ ਮੰਨ ਲਿਆ ਕਿ ਹੁਣ ਇੱਕ ਵਾਰੀ ਫਿਰ ਮਾਸਟਰ ਮੋਹਨ ਲਾਲ ਨੂੰ ਸਰਗਰਮ ਕੀਤਾ ਜਾ ਸਕਦਾ ਜੇ ਮੈਂ ਨਾ ਮਾਨੋ ਦੀ ਨੀਤੀ ਰਹੀ। ਵੈਸੇ ਭਾਰਤੀ ਜਨਤਾ ਪਾਰਟੀ ਵਾਲੇ ਬੰਦਿਆਂ ਨੂੰ ਮਨਾ ਲੈਂਦੇ ਹੁੰਦੇ ਆ, ਪਰ ਅਸ਼ਵਨੀ ਸ਼ਰਮਾ ਨੂੰ ਵੀ ਪਤਾ ਵੀ ਭੱਜ ਕੇ ਕਿੱਥੇ ਜਾਣਾ, ਆਖਰਕਾਰ ਤਾਂ ਪਾਣੀ ਇਹਨਾਂ ਪੁਲਾਂ ਥੱਲਿਓਂ ਲੰਘਣਾ ਹੈ। ਵੈਸੇ ਉਹ ਪੁਰਾਣੇ ਭਾਜਪਾਈ ਨੇ, ਉਹਨਾਂ ਦਾ ਰੋਸਾ ਬਹੁਤ ਦੇਰ ਤੱਕ ਰਹੇਗਾ ਨਹੀਂ, ਪਰ ਇੱਥੇ ਸਿਆਸਤ ਵਿੱਚ ਸਭ ਜਾਇਜ਼ ਵੀ ਹੁੰਦਾ। ਜੇਕਰ ਪਾਰਲੀਮਾਨੀ ਸੀਟ ਆਮ ਆਦਮੀ ਪਾਰਟੀ ਨੇ ਵੀ ਲੜਾਉਣੀ ਆ ਤਾਂ ਲੜਾਉਣੀ ਤੇ ਕਿਸੇ ਹਿੰਦੂ ਫੇਸ ਨੂੰ ਆ। ਟ੍ਰੈਡੀਸ਼ਨ ਜਿਹਾ ਬਣਿਆ ਹੋਇਆ ਕਿ ਗੁਰਦਾਸਪੁਰ ਤੋਂ ਪਰਲਾ ਇਲਾਕਾ ਸਾਰੇ ਦਾ ਸਾਰਾ, ਜੇ ਅਸੀਂ ਪੋਲਰਾਈਜੇਸ਼ਨ ਦੀ ਗੱਲ ਕਰੀਏ ਤੇ ਅਕਸਰ ਇੱਥੋਂ ਬਾਜਵਾ ਨੂੰ ਛੱਡ ਕੇ ਬਹੁਤੀ ਵਾਰੀ ਹਿੰਦੂ ਜਿੱਤਦੇ ਰਹੇ। ਸੁਖਵੰਤ ਕੌਰ ਭਿੰਡਰ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਨੇ ਬੰਦੇ ਜਿਹੜੇ ਬਾਹਰੋਂ ਵੀ ਲਿਆਂਦੇ ਆ। ਸੋ ਅਸੀਂ ਹਿੰਦੂ ਸਿੱਖ ਜਾਂ ਕਿਸੇ ਵਰਗੀਕਰਨ 'ਚ ਨਹੀਂ ਪੈਂਦੇ, ਪਰ ਜੋ ਤੱਥ ਬੋਲਦੇ ਆ ਪਿਛਲੇ 5-4 ਇਲੈਕਸ਼ਨਾਂ ਦੇ, ਉਹਨਾਂ ਦੇ ਨਜ਼ਰੀਏ ਤੋਂ ਗੱਲ ਕਰ ਰਹੇ ਆ। ਭਾਸਕਰ ਸਾਹਿਬ, ਦੁੱਖ ਤੁਸੀਂ ਵੀ ਸੁਣਾਓ, ਪਰ ਸੁਣਾਓ ਕਾਂਗਰਸੀਆਂ ਦਾ ਜਿਹੜੇ ਦਿੱਲੀ ਗਏ। ਕੋਈ ਮਿਲਿਆ ਅੱਗੋਂ, ਕੋਈ ਟੱਕਰਿਆ, ਕੋਈ ਚਾਹ ਪਾਣੀ ਪੁੱਛਿਆ ਕਿਸੇ ਨੇ, ਕੋਈ ਰਾਏ ਪਾਇਆ ਕਿ ਨਹੀਂ, ਜਾਂ ਅਜੇ ਨਿੰਮੂ ਝਾਣੇ ਜੇ ਖਲੋਤੇ ਨੇ? ਦੇਖੋ, ਫਿਲਹਾਲ ਇਹ ਖਬਰ ਤੇ ਨਹੀਂ ਆਈ ਕਿ ਖੜਗੇ ਸਾਹਿਬ ਦੇ ਨਾਲ ਉਹਨਾਂ ਦੀ ਕੋਈ ਮੀਟਿੰਗ ਹੋਈ ਜਾਂ ਨਹੀਂ ਹੋਈ, ਪਰ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਵੱਖ-ਵੱਖ ਬਿਆਨਾਂ ਦੇ ਰਾਹੀਂ ਪੰਜਾਬ ਦੇ ਵਿੱਚ ਜਿੱਦਾਂ ਦੀ ਸਥਿਤੀ ਹੋ ਰਹੀ ਹੈ, ਉਹ ਜਿਹੜੇ ਕਾਂਗਰਸੀ ਵੱਡੇ ਆਗੂ ਦਿੱਲੀ ਗਏ ਨੇ, ਉਹਨਾਂ ਨੇ ਇਹ ਫੈਸਲਾ ਜ਼ਰੂਰ ਕਰ ਲਿਆ ਅਸੀਂ ਫੈਸਲਾ ਕਰਕੇ ਹੀ ਵਾਪਸ ਆਉਣਾ। ਯਾਨੀ ਅਸੀਂ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਰਾਜਨੀਤੀ ਕਰਨੀ ਹੈ, ਕਿਹਦੇ ਨਾਲ ਖੜਨਾ ਹੈ, ਉਹ ਖੜਗੇ ਸਾਹਿਬ ਜਦ ਤੱਕ ਕਲੀਅਰ ਨਹੀਂ ਕਰਨਗੇ ਉਹ ਹੁਣ ਵਾਪਸ ਨਹੀਂ ਆਣਗੇ। ਭਾਵੇਂ ਖੜਗੇ ਸਾਹਿਬ 2 ਦਿਨ ਨਾ ਮਿਲਣ, 1 ਦਿਨ ਨਾ ਮਿਲਣ, ਹਫ਼ਤਾ ਨਾ ਮਿਲਣ। ਔਰ ਨਾਲ ਦੇ ਨਾਲ ਅੱਜ ਇੱਕ ਬਾਜਵਾ ਸਾਹਿਬ ਦਾ ਬਿਆਨ ਵੀ ਛਪਿਆ, ਉਹ ਕਹਿੰਦੇ ਵੀ ਠੀਕ ਹੈ ਆਮ ਆਦਮੀ ਪਾਰਟੀ ਨਾਲ ਸਾਡਾ ਨੈਸ਼ਨਲ ਲੈਵਲ ਤੇ ਕੋਈ ਅਲਾਈਅੰਸ ਹੋ ਵੀ ਜਾਏ, ਪਰ ਅਸੀਂ ਕੇਰਲਾ ਵਰਗਾ ਅਰੇਂਜਮੈਂਟ ਤੇ ਇੱਥੇ ਕਰ ਸਕਦੇ ਹਾਂ। ਕੇਰਲਾ ਵਰਗਾ ਅਰੇਂਜਮੈਂਟ ਜਦੋਂ ਕਹਿੰਦੇ ਨੇ, ਉੱਥੇ ਕਹਿੰਦੇ ਲੈਫਟ ਪਾਰਟੀ ਦਾ ਤੇ ਕਾਂਗਰਸ ਦਾ ਬੜਾ ਜ਼ਬਰਦਸਤ ਵੈਰ ਹੈਗਾ, ਤੇ ਸੀਟਾਂ ਦੀ ਵੰਡ ਨੂੰ ਲੈ ਕੇ ਉੱਥੇ ਘੱਟ ਤੋਂ ਘੱਟ ਉਹ ਅਲਾਈਅੰਸ ਨਹੀਂ ਨਜ਼ਰ ਆਏਗਾ। ਭਾਵੇਂ ਲੈਫਟ ਪਾਰਟੀਆਂ ਹੁਣ ਨੈਸ਼ਨਲ ਅਲਾਈਅੰਸ ਦੇ ਵਿੱਚ ਉਸ ਇੰਡੀਆ ਦੇ ਨਾਲ ਹੈਗੀਆਂ, ਪਰ ਦੇਖੋ ਹੁਣ ਖੜਗੇ ਸਾਹਿਬ ਕੀ ਕਹਿੰਦੇ ਨੇ, ਕਿਉਂਕਿ ਖੜਗੇ ਸਾਹਿਬ ਉਹੀ ਗੱਲਾਂ ਕਰਨਗੇ ਜਿਹੜੀ ਰਾਹੁਲ ਗਾਂਧੀ ਉਹਨਾਂ ਨੂੰ ਪਸੰਦ ਹੈ। ਪਹਿਲੇ ਵੀ ਵਿਰੋਧ ਜ਼ਾਹਿਰ ਕੀਤਾ ਸੀਗਾ ਬਾਜਵਾ ਸਾਹਿਬ ਨੇ ਔਰ तमाम ਕਾਂਗਰਸੀਆਂ ਨੇ, ਔਰ ਛੋਟੇ ਵਰਕਰ ਖਾਸ ਕਰਕੇ ਜਿਹੜੇ ਵਰਕਰ ਨੇ ਕਾਂਗਰਸ ਦੇ, ਉਹਨਾਂ ਦੇ ਵਾਸਤੇ ਇੱਕ ਬੜਾ ਜ਼ਬਰਦਸਤ ਭੰਬਲਪੂਸਾ ਪੈ ਗਿਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਇਲੈਕਸ਼ਨ ਲੜਨੇ ਆ ਕਿ ਆਪਣੀ ਵੱਖਰੀ ਦੁਕਾਨ ਚਲਾਉਣੀ ਹੈ। ਹੁਣ ਇਸ ਮੁੱਦੇ ਦੇ ਉੱਤੇ ਹੁਣ ਗਏ ਹੋਏ ਨੇ ਬਾਜਵਾ ਸਾਹਿਬ, ਰਾਜਾ ਵੜਿੰਗ ਹੋਣਾ, ਕੀ ਕਰਕੇ ਲਿਆਂਦੇ ਨੇ, ਕੀ ਖੱਟ ਕੇ ਲਿਆਂਦੇ ਨੇ, ਕੋਈ ਫੈਸਲਾ ਲੈ ਕੇ ਵੀ ਆਉਂਦੇ ਨੇ ਜਾਂ ਫਿਰ ਇੱਥੇ ਆ ਕੇ ਉਹ ਆਮ ਆਦਮੀ ਪਾਰਟੀ ਦੇ ਨਾਲ ਨਜ਼ਦੀਕੀਆਂ ਵਧਾਉਂਦੇ ਨੇ। ਜਿਆਦਾ ਪਿਛਲੇ ਦਿਨਾਂ 'ਚ ਮੀਟਿੰਗ ਹੋ ਰਹੀ ਸੀ ਕਾਂਗਰਸ ਭਵਨ ਦੇ ਵਿੱਚ, ਉਹਦੇ ਵਿੱਚ ਕੁਝ ਆਗੂ ਇਹ ਵੀ ਕਹਿੰਦੇ ਹੋਏ ਸੁਣੇ ਗਏ, ਜਿਹੜੇ ਸੂਤਰ ਦੱਸਦੇ ਨੇ, ਉਹ ਕਹਿੰਦੇ ਸੀ ਵੀ ਇਹ ਅਲਾਈਅੰਸ ਹੋ ਜਾਣ ਦਿਓ, ਸਾਡੇ ਜਿਹੜੇ ਲੀਡਰ ਹੈਗੇ ਨੇ ਵਿਜੀਲੈਂਸ ਬਿਊਰੋ ਦੇ ਚੱਕਰ ਲਾ ਕੇ ਥੱਕ ਗਏ ਨੇ, ਉਹਨਾਂ ਨੂੰ ਮਾੜੀ ਮੋਟੀ ਜੀ ਰਾਹਤ ਮਿਲੇਗੀ। ਪਰ ਇਸ ਮੁੱਦੇ ਦੇ ਉੱਤੇ ਬਾਜਵਾ ਸਾਹਿਬ ਔਰ ਵੜਿੰਗ ਸਾਹਿਬ ਕੁਝ ਹੋਰ ਤਰੀਕੇ ਦਾ ਫੈਸਲਾ ਚਾਹੁੰਦੇ ਨੇ। ਉਹ ਫੈਸਲਾ ਹੁੰਦਾ ਨਹੀਂ ਹੁੰਦਾ, ਇਹ ਹੁਣ ਇਹਨਾਂ ਦੀ ਵਾਪਸੀ ਤੇ ਪਤਾ ਲੱਗੇ। ਭਾਸਕਰ ਸਾਹਿਬ, ਇੱਕ ਸਵਾਲ ਹੋਰ ਐਡਰੈਸ ਕਰ ਦਿਓ, ਫਿਰ ਮੈਂ ਜਿਹੜੇ ਗੁਰਬਾਣੀ ਪ੍ਰਸਾਰਨ ਵਾਲੇ ਮੁੱਦੇ ਤੇ ਜਾਣਾ ਚਾਹੂੰਗਾ ਇੰਦਰਪ੍ਰੀਤ ਜੀ ਕੋਲ। ਪਰ ਇੱਕ ਮੁੱਦਾ ਦਿੱਲੀ ਦੇ ਵਿੱਚ ਆਰਡੀਨੈਂਸ ਨਾਲ ਜੁੜਿਆ ਹੋਇਆ, ਜਿਹੜਾ ਹੁਣ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਕੋਲੇ ਸੁਣਵਾਈ ਲਈ ਲੱਗਿਆ।
ਹੁਣ ਇਹੀ ਆਰਡੀਨੈਂਸ ਹੈ ਜਿਹਨੇ ਸਾਰੇ ਰਫੜ ਪਾਏ ਹੋਏ ਸੀ, ਕਾਂਗਰਸੀ ਆਮ ਆਦਮੀ ਪਾਰਟੀ ਨੇੜੇ ਆਉਂਦੇ ਆਉਂਦੇ ਕਦੇ ਦੂਰ ਕਦੇ ਨੇੜੇ। ਹੁਣ ਜਿੰਨੀ ਕੁ ਸਥਿਤੀ ਬਣੀ ਆ ਇਹਦੇ ਵਿੱਚ ਆਰਡੀਨੈਂਸ ਵਾਲੀ ਸਥਿਤੀ, ਕਿਉਂਕਿ ਅਦਰਵਾਈਜ਼ ਸ਼ਾਇਦ ਕੇਜਰੀਵਾਲ ਸਾਹਿਬ ਇੰਨਾ ਸੌਖਿਆ ਇਸ ਗੱਠਜੋੜ ਦਾ ਹਿੱਸਾ ਨਾ ਬਣਦੇ, ਜੇ ਉਹਨਾਂ ਨੂੰ ਇੰਨਾ ਸੇਕ ਨਾ ਲੱਗਿਆ ਹੁੰਦਾ, ਐਕਸਾਈਜ਼ ਮਾਮਲੇ 'ਚ ਉਹਨਾਂ ਦੇ ਇੰਨੇ ਬੰਦੇ ਅੰਦਰ ਨਾ ਹੁੰਦੇ। ਸੋ ਉਹ ਭਾਰਤੀ ਜਨਤਾ ਪਾਰਟੀ ਦੇ ਦੂਜੇ ਧੜੇ ਦੇ ਵਿੱਚ ਇਸੇ ਕਰਕੇ ਨੇ, ਔਰ ਇਸੇ ਕਰਕੇ ਪੰਜਾਬ ਦੇ ਕਾਂਗਰਸੀਆਂ ਲਈ ਐਡਾ ਵੱਡਾ ਸੰਕਟ ਬਣ ਗਿਆ। ਸੋ ਆਰਡੀਨੈਂਸ ਦੇ ਉੱਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਜਾਂ ਚੀਫ ਜਸਟਿਸ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਸੁਣਵਾਈ ਦਾ ਪਹਿਲੂ ਸੰਵਿਧਾਨ ਦੀ ਮੂਲ ਭਾਵਨਾ ਨਾਲ ਵੀ ਜੁੜਿਆ, ਆਰਡੀਨੈਂਸ ਲਿਆਉਣ ਵਾਲੀ ਪ੍ਰਕਿਰਿਆ ਤੇ ਉਸ ਤੋਂ ਪਹਿਲਾਂ ਸੰਵਿਧਾਨ ਦੀ ਮੂਲ ਭਾਵਨਾ 'ਚ ਦਿੱਲੀ ਦਾ ਦਰਜਾ ਕੀ ਆ, ਸਥਿਤੀਆਂ ਕੀ ਆ, ਕੀ ਅਖਤਿਆਰਾਤ ਦਿੱਤੇ ਗਏ, ਹੱਕ ਹਕੂਕ ਦਿੱਤੇ ਗਏ, ਇਹਦਾ ਮਤਲਬ ਆ ਇਹ ਵਸੀਹ ਵਿਆਖਿਆ ਹੋਣ ਵਾਲੀ ਆ। ਕੀ ਕਹਿੰਦੇ ਹੋ? ਬਿਲਕੁਲ, ਆਰਡੀਨੈਂਸ ਦੇ ਮੁੱਦੇ ਦੇ ਉੱਤੇ ਪਹਿਲੇ ਤੇ 11 ਮਈ ਨੂੰ ਸੁਪਰੀਮ ਕੋਰਟ ਦਾ ਆਰਡਰ, 19 ਮਈ ਨੂੰ ਆਰਡੀਨੈਂਸ, 19 ਮਈ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਉਸ ਆਰਡੀਨੈਂਸ ਨੂੰ ਚੈਲੰਜ ਕਰਨ ਵਾਸਤੇ ਰਿਟ ਪਟੀਸ਼ਨ ਪਾਈ, ਔਰ ਰਿਟ ਪਟੀਸ਼ਨ ਦੇ ਉੱਤੇ ਫਿਲਹਾਲ ਸਟੇ ਨਾ ਲਾਣਾ ਸੁਪਰੀਮ ਕੋਰਟ ਦਾ, ਔਰ ਇਸ ਸਾਰੇ ਮਾਮਲੇ ਨੂੰ ਕਨਸਟੀਟਿਊਸ਼ਨਲ ਬੈਂਚ ਦੇ ਕੋਲ ਰੈਫਰ ਕਰ ਦੇਣਾ। ਹੁਣ ਕਨਸਟੀਟਿਊਸ਼ਨਲ ਬੈਂਚ ਦੇ ਵਿੱਚ ਹਾਲਾਂਕਿ ਥਰਸਡੇ ਨੂੰ ਯਾਨੀ ਵੀਰਵਾਰ ਨੂੰ ਹੀ ਇਹ ਸਾਰਾ ਮਾਮਲਾ ਕਨਸਟੀਟਿਊਸ਼ਨਲ ਬੈਂਚ ਨੂੰ ਰੈਫਰ ਕੀਤਾ ਗਿਆ ਹੈ, ਔਰ ਉਸ ਬੈਂਚ ਨੂੰ ਹੈਡ ਵੀ ਚੀਫ ਜਸਟਿਸ ਆਪ ਕਰ ਰਹੇ ਨੇ, ਡੀ ਵਾਈ ਚੰਦਰਚੂੜ। ਵੱਡੇ ਸਵਾਲ ਖੜੇ ਹੋ ਗਏ ਨੇ ਇਸ ਬੈਂਚ ਦੇ ਸਾਹਮਣੇ, ਉਸ ਰਿਟ ਪਟੀਸ਼ਨ ਨੂੰ ਰਿਜੈਕਟ ਕਰਨ, ਡਿਸਮਿਸ ਕਰਨ, ਐਕਸੈਪਟ ਕਰਨ, ਸਟੇ ਦੇਣ। ਇਸ ਤੋਂ ਵੀ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਕਨਸਟੀਟਿਊਸ਼ਨ ਦੇ ਪ੍ਰਿੰਸੀਪਲਸ ਜਿਹੜੇ ਹੈਗੇ ਨੇ, ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਗੱਲਾਂ ਲਿਖੀਆਂ ਹੋਈਆਂ, ਖਾਸ ਕਰਕੇ ਆਰਟੀਕਲ 239AA7, ਜਿਹੜਾ ਦਿੱਲੀ ਦੀ ਸਰਕਾਰ, ਦਿੱਲੀ ਦੀ ਇਲੈਕਟਿਡ ਗਵਰਨਮੈਂਟ ਜਾਂ ਕਿਸੇ ਵੀ ਇਲੈਕਟਿਡ ਗਵਰਨਮੈਂਟ ਨੂੰ ਕੁਝ ਪ੍ਰਿੰਸੀਪਲਸ, ਕੁਝ ਰਾਈਟ ਦਿੰਦਾ ਹੈ, ਉਹ ਆਪਣੇ ਅਧਿਕਾਰ ਖੇਤਰ ਦੇ ਅੰਦਰ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਆ। ਔਰ ਜਿਸ ਤਰੀਕੇ ਨਾਲ ਇਹ ਆਰਡੀਨੈਂਸ ਆਇਆ, ਇਸ ਆਰਡੀਨੈਂਸ ਦੀ ਲੋੜ ਸੀ ਕਿ ਆਲਰੇਡੀ ਸੈਟਲਡ ਪ੍ਰਿੰਸੀਪਲ ਜਿਹੜੇ ਕਨਸਟੀਟਿਊਸ਼ਨ ਦੇ ਨੇ ਉਹਨਾਂ ਨੂੰ ਕਿਸੇ ਆਰਡੀਨੈਂਸ ਦੇ ਥਰੂ ਚੈਲੰਜ ਕੀਤਾ ਜਾ ਸਕਦਾ ਹੈ। ਇਹਨਾਂ ਵੱਡੇ ਸਵਾਲਾਂ ਦੇ ਉੱਤੇ ਇਹ ਕਨਸਟੀਟਿਊਸ਼ਨ ਬੈਂਚ ਕੋਈ ਫੈਸਲਾ ਦੇ ਸਕਦਾ ਹੈ। ਔਰ ਆਉਣ ਵਾਲੇ ਟਾਈਮ ਵਿੱਚ, ਜਿਸ ਤਰ੍ਹਾਂ ਕੱਲ ਵੀ ਚੰਦਰਚੂੜ ਸਾਹਿਬ ਨੇ ਕਿਹਾ ਕਿ ਇਹ ਇੱਕ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆਰਡੀਨੈਂਸ ਵਰਗੀ ਪਾਵਰ ਨੂੰ ਐਕਸਰਸਾਈਜ਼ ਕਰਨਾ ਕੀ ਵੈਲਿਡ ਹੈ, ਕਿ ਪਾਰਲੀਮੈਂਟ ਆਪਣੀ ਪਾਵਰ ਨੂੰ ਓਵਰ ਸ਼ੈਡੋ ਕਰ ਸਕਦਾ ਹੈ ਸਾਰੇ ਪ੍ਰਿੰਸੀਪਲਸ ਜਿਹੜੇ ਹੈਗੇ ਨੇ ਕਨਸਟੀਟਿਊਸ਼ਨ ਦੇ। ਇਹਨਾਂ ਵੱਡੇ ਸਵਾਲਾਂ ਦਾ ਜਵਾਬ ਹੁਣ ਆਉਣ ਵਾਲੇ ਟਾਈਮ ਵਿੱਚ ਮਿਲ ਸਕਦਾ ਹੈ। ਇਹ ਮੁੱਦਾ ਹੁਣ ਵੱਡਾ ਬਣ ਗਿਆ। ਦੂਜੇ ਪਾਸੇ ਰਾਹੁਲ ਗਾਂਧੀ, ਉਹਨਾਂ ਦਾ ਵੀ ਦੋ ਮਾਮਲੇ ਉਹ ਕੇਂਦਰ ਸਰਕਾਰ ਔਰ ਆਪੋਜੀਸ਼ਨ ਪਾਰਟੀ ਨੂੰ ਬੜੇ ਜ਼ਬਰਦਸਤ ਤਰੀਕੇ ਨਾਲ ਇਫੈਕਟ ਕਰਦੇ ਨੇ। ਇੱਕ ਇਹ ਆਰਡੀਨੈਂਸ ਦਾ ਮੁੱਦਾ, ਦੂਜਾ ਰਾਹੁਲ ਗਾਂਧੀ ਉਹਨਾਂ ਦੀ ਉਸ ਸਜ਼ਾ ਦੇ ਉੱਤੇ ਰੋਕ ਦਾ ਮਾਮਲਾ, ਜਿਹਦੇ ਉੱਤੇ ਫਿਲਹਾਲ ਸੁਣਵਾਈ 4 ਅਗਸਤ ਤੱਕ ਚਲੀ ਗਈ ਹੈ, ਔਰ 4 ਅਗਸਤ ਨੂੰ ਇਸ ਮੁੱਦੇ ਤੇ ਕੋਈ ਫੈਸਲਾ ਆ ਸਕਦਾ ਹੈ। ਉਸ ਤੋਂ ਪਹਿਲੇ 31 ਜੁਲਾਈ ਤੱਕ ਗੁਜਰਾਤ ਸਰਕਾਰ ਨੂੰ ਔਰ ਉਹ ਪ੍ਰਵੇਸ਼ ਜਿਹੜੇ ਮੋਦੀ ਨੇ ਉਹਨਾਂ ਨੂੰ ਆਪਣਾ ਇੱਕ ਰਿਪਲਾਈ ਦੇਣਾ ਹੈ ਕਿ ਵੀ ਤੁਸੀਂ ਕੀ ਕਹਿੰਦੇ ਹੋ, ਦੱਸੋ ਤੁਹਾਨੂੰ ਤਕਲੀਫ ਕੀ ਹੈ। ਸਾਰੀ ਗੱਲਾਂ ਦੇ ਉੱਤੇ 4 ਅਗਸਤ ਨੂੰ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਦਾ ਰਾਹੁਲ ਗਾਂਧੀ ਉਹਨਾਂ ਦੀ ਉਸ ਡਿਸਕੁਆਲੀਫਿਕੇਸ਼ਨ ਆਫ ਲੋਕ ਸਭਾ ਮੈਂਬਰਸ਼ਿਪ ਉਹਦੇ ਉੱਤੇ ਵੀ ਆ ਸਕਦਾ। ਇਹ ਕਾਫੀ ਦਿਲਚਸਪ ਹੋਊਗਾ ਦੇਖਣਾ ਕਿ ਕੀ ਵਾਪਰਦਾ। ਵੈਸੇ ਆਮ ਤੌਰ ਤੇ ਸਟੇ ਮਿਲ ਜਾਂਦੇ ਹੁੰਦੇ ਆ, ਪਰ ਸ਼ਾਇਦ ਅਦਾਲਤ ਦੂਜੀਆਂ ਧਿਰਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਤੋਂ ਬਾਅਦ ਕੋਈ ਅੰਤਰਮ ਨਿਰਣੇ ਲੈਣਾ ਚਾਹੁੰਦੀ ਆ। ਇੰਦਰਪ੍ਰੀਤ ਜੀ, ਇਹ ਵੈਸੇ ਦੇਸ਼ ਦੀ ਰਾਜਨੀਤੀ ਨੂੰ ਕਾਫੀ ਪ੍ਰਭਾਵਿਤ ਕਰੇਗਾ ਫੈਸਲਾ ਜਿਹੜਾ ਰਾਹੁਲ ਗਾਂਧੀ ਵਾਲਾ। ਜੇ ਰਾਹੁਲ ਗਾਂਧੀ ਦੀ ਸਜ਼ਾ ਨਹੀਂ ਖਤਮ ਹੁੰਦੀ ਤਾਂ ਫਿਰ ਉਹ ਸਿਆਸਤ ਦੀ ਚੁਣਾਵੀ ਬਸਾਤ ਤੋਂ ਪਾਸੇ ਹੋਣਗੇ, ਔਰ ਉਹਦੇ ਨਾਲ ਇਸ ਧੜੇ ਨੂੰ ਕਿੰਨਾ ਕੁ ਹਮਦਰਦੀ ਵਾਲਾ ਵੋਟ ਮਿਲਦਾ ਹੈ ਉਹ ਵੀ ਕਾਫੀ ਅਹਿਮ ਆ। ਤੇ ਜੇ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਤੇ ਕੀ ਉਹ ਚਿਹਰਾ ਹੋਣਗੇ ਇਸ ਗੱਠਜੋੜ ਦੇ ਕਿ ਨਹੀਂ, ਇਹ ਸਾਰੇ ਸਵਾਲ ਵੀ ਅਗਲੇ ਦਿਨਾਂ 'ਚ ਐਡਰੈਸ ਹੋਣ ਵਾਲੇ ਆ। ਇੰਦਰਪ੍ਰੀਤ ਜੀ, ਪੰਜਾਬ ਵੱਲ ਜਦੋਂ ਪਰਤਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਤਰੀਕ ਤੋਂ ਆਪਣਾ ਪ੍ਰਸਾਰਣ ਸ਼ੁਰੂ ਕਰਨਾ ਸੀ, 23 ਤਰੀਕ ਨੂੰ ਚੈਨਲ ਲਾਂਚ ਕਰਨਾ ਸੀ, ਅਖੰਡ ਪਾਠ ਸਾਹਿਬ ਰਖਾਤੇ ਗਏ ਸੀ ਤੇ ਸਮਾਗਮ ਵੀ ਲਗਭਗ ਤੈਅ ਆ ਕਿ 23 ਤਰੀਕ ਨੂੰ ਹੋਏਗਾ। ਪਰ ਨਾਲ ਦੀ ਨਾਲ ਅਗਲੇ ਹੁਕਮਾਂ ਤੱਕ, ਜੇ ਮੈਂ ਇਹ ਲਫ਼ਜ਼ ਵਰਤਾਂ ਵੀ ਅਗਲੇ ਫੈਸਲੇ ਤੱਕ, ਜਦੋਂ ਤੱਕ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਹੁੰਦਾ, ਪੀਟੀਸੀ ਐਵੇਂ ਹੀ ਪ੍ਰਸਾਰਣ ਜਾਰੀ ਰੱਖੇਗਾ। ਇੱਥੇ ਖੂਬ ਪੋਲਿਟਿਕਸ ਹੋ ਰਹੀ ਆ। ਮੁੱਖ ਮੰਤਰੀ ਪੂਰੀ ਤਰ੍ਹਾਂ ਵਿੱਚ ਕੁੱਦੇ ਹੋਏ ਨੇ ਔਰ ਬਾਕੀ ਧਿਰਾਂ ਵੀ ਸਾਰੀਆਂ ਇੱਥੇ ਕੁਝ ਨਾ ਕੁਝ ਕਹਿ ਰਹੀਆਂ। ਇਹ ਜਰਾ ਇਸ ਸਥਿਤੀ ਨੂੰ ਇੱਕ ਵਾਰੀ ਸਾਫ਼ ਕਰਿਓ। ਰੰਧਾਵਾ ਸਾਹਿਬ, ਜਿਹੜੇ ਕੱਲ ਤੋਂ ਪਹਿਲਾਂ ਆਪਾਂ ਕਈ ਵਾਰੀ ਇਹ ਪ੍ਰੋਗਰਾਮ ਦੇ ਵਿੱਚ, ਇਸੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਸਵਾਲ ਇਸ ਗੱਲ ਦਾ ਨਹੀਂ ਹੈ ਕਿ ਪ੍ਰਸਾਰਣ ਕਰਨਾ ਕਿਹਨੇ ਹੈ, ਸਵਾਲ ਇਸ ਗੱਲ ਦਾ ਹੈ ਕਿ ਜੇ ਇਹ ਬੰਦ ਹੋ ਜਾਂਦਾ ਤਾਂ ਉਹਨਾਂ ਲੋਕਾਂ ਦਾ ਕੀ ਹੋਊਗਾ ਜਿਹੜੇ ਸਵੇਰੇ ਉੱਠਦੇ ਸਾਰ ਪਹਿਲਾ ਕੰਮ ਹੀ ਟੀਵੀ ਔਨ ਕਰਦੇ ਗੁਰਬਾਣੀ ਸੁਣਦੇ ਆ ਔਰ ਸ਼ਾਮ ਨੂੰ ਤੱਕ ਇਹ ਜਾਰੀ ਰਹਿੰਦੀ ਹੈ। ਉਹਨਾਂ ਬਜ਼ੁਰਗਾਂ ਦਾ ਕੀ ਹੋਊਗਾ?
ਜਦੋਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀਗਾ ਵੀ YouTube ਚੈਨਲ ਆ, ਤੇ ਮੈਂ ਉਦੋਂ ਵੀ ਕਿਹਾ ਸੀ ਵੀ YouTube ਚੈਨਲ ਬਜ਼ੁਰਗਾਂ ਦੇ ਬਸ ਦੀ ਗੱਲ ਨਹੀਂ ਹੈ ਉਸ ਤਰ੍ਹਾਂ ਚਲਾਉਣਾ, ਕਿਉਂਕਿ ਨਾ ਤਾਂ ਹਰ ਜਗ੍ਹਾ ਤੇ ਕੀ ਨਾਮ ਹੈ ਇੰਟਰਨੈਟ ਅਵੇਲੇਬਲ ਹੈ, ਨਾ ਕੁਝ ਹੋਰ ਹੈ। ਇਹੀ ਗੱਲ ਜਿਹੜੀ ਹੈਗੀ ਹੈ ਜਥੇਦਾਰ ਸਾਹਿਬ ਨੇ ਜਿਹੜੀ ਇੱਕ ਲੈਟਰ ਲਿਖੀ ਹੈ ਉਹ ਐਸਜੀਪੀਸੀ ਨੂੰ, ਉਹਦੇ ਉੱਤੇ ਤੁਰੰਤ ਫੈਸਲਾ ਜਿਹੜਾ ਕੀਤਾ ਹੈ, ਮਤਲਬ ਉਹ ਜਿਵੇਂ ਹੁੰਦਾ ਨਾ ਕਿ ਜਿਵੇਂ ਤਿਆਰ ਹੀ ਬੈਠੇ ਵੀ ਯਾਰ ਕਹਿ ਦੇ ਕੋਈ ਵੀ ਆਪਾਂ ਪੀਟੀਸੀ ਨੂੰ ਅੱਗੇ ਵਧਾ ਦਈਏ। ਤਾਂ ਕੱਲ ਇਹਨਾਂ ਨੇ ਗੁਰਚਰਨ ਸਿੰਘ ਗਰੇਵਾਲ ਜਿਹੜੇ ਆਪਣੇ ਜਨਰਲ ਸੈਕਟਰੀ ਹੈਗੇ ਉਹਨਾਂ ਨੇ ਕਹਿਤਾ ਕਿ ਜਦ ਤੱਕ ਅਗਲਾ ਅਲਟਰਨੇਟਿਵ ਨਹੀਂ ਨਿਕਲਦਾ ਉਦੋਂ ਤੱਕ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਚਲਾਈ ਜਾਓ। ਸੋ ਕਦੋਂ ਇਹ ਕਿੰਨਾ ਟਾਈਮ ਦਿੱਤਾ ਹੈ ਉਹ ਇਸ ਚੀਜ਼ ਲਈ, ਇਹਦੇ ਵਿੱਚ ਕੋਈ ਸਮਾਂਬੱਧ ਨਹੀਂ ਕੀਤਾ ਹੋਇਆ। ਜਦੋਂ ਤੁਸੀਂ ਕੋਈ ਚੀਜ਼ ਨੂੰ ਸਮਾਂਬੱਧ ਨਹੀਂ ਕਰਦੇ ਤਾਂ ਤੁਹਾਡੀ ਨੀਅਤ ਤੇ ਸ਼ੱਕ ਹੁੰਦੇ ਆ। ਫਿਰ ਇਹਦਾ ਉਹ ਜਿਹੜੀ ਚਾਹੇ ਉਹ ਚੀਫ ਮਿਨਿਸਟਰ ਆਪਣੇ ਟਵੀਟਾਂ ਦੇ ਵਿੱਚ ਕਹਿਣ ਵੀ ਤੁਸੀਂ ਅਨਿਸ਼ਚਿਤਕਾਲੀਨ ਲਈ ਫੇਰ ਦੇਤਾ, ਮਤਲਬ ਜਿਹੜੀ ਗੱਲ ਕਰਨੀ ਸੀ ਉਹ ਤਾਂ ਫਿਰ ਉੱਥੇ ਦੀ ਉੱਥੇ ਹੀ ਆ ਗਈ, ਤੇ ਜੇ ਦੇਣਾ ਹੀ ਸੀ ਤਾਂ ਫਿਰ ਤੁਸੀਂ ਫੀਡ ਬਾਹਰ ਲਿਆ ਕੇ ਦੇ ਦਿਓ ਤੇ ਜਿਹੜਾ ਮਰਜ਼ੀ ਚੈਨਲ ਚਲਾ ਲੈਣ, ਜਿਨ੍ਹਾਂ ਨੇ ਗੁਰਬਾਣੀ ਦਾ ਪ੍ਰਸਾਰਣ ਕਰਨਾ ਉਹ ਲੈ ਲੈਣ ਉੱਥੋਂ ਫੀਡ, ਤੇ ਤੁਸੀਂ ਉਹਦੇ ਲਈ ਸ਼ਰਤਾਂ ਜਿਹੜੀਆਂ ਵੀ ਹੁੰਦੀਆਂ ਨੇ ਵੀ ਕੋਈ ਐਡ ਨਹੀਂ ਦੇਗਾ ਜਾਂ ਕੁਝ ਇਸ ਤਰ੍ਹਾਂ ਦੀ ਜੋ ਵੀ ਨਿਯਮ ਕਾਇਦੇ ਹੈਗੇ ਆ ਉਹਨਾਂ ਨੂੰ ਤੂੰ ਰੱਖ ਦੋ ਵੀ ਆਹ ਨਿਯਮ ਕਾਇਦੇ ਸਾਡੇ ਹੈਗੇ ਆ, ਇਹਦੇ ਅਨੁਸਾਰ ਕੋਈ ਟੀਵੀ ਚੈਨਲ ਚਲਾਉਣਾ ਚਾਹੁੰਦਾ ਹੈ ਹੱਸ ਕੇ ਚਲਾਵੇ, ਆ ਅਸੀਂ ਫੀਡ ਇੱਥੇ ਦੇਤੀ ਹੈ ਉਹ ਫੀਡ ਤੁਸੀਂ ਲੈ ਲਓ। ਸੋ ਇਸ ਤਰ੍ਹਾਂ ਦੀ ਅਗਰ ਚੀਜ਼ਾਂ ਕਰਦੇ ਤਾਂ ਮੈਨੂੰ ਲੱਗਦਾ ਕਿ ਸਹੀ ਦਿਸ਼ਾ ਵੱਲ ਚੱਲ ਰਹੇ ਹੁੰਦੇ ਜੀ। ਲੇਕਿਨ ਜਿਸ ਤਰ੍ਹਾਂ ਦਾ ਕੱਲ ਫੈਸਲਾ ਹੋਇਆ ਉਸ ਤੋਂ ਐਂ ਲੱਗਦਾ ਕਿ ਨਹੀਂ ਉਹ ਤੈਅ ਹੀ ਹੈ ਕਿ ਯਾਰ ਆਪਾਂ ਪੀਟੀਸੀ ਨੂੰ ਹੀ ਰੱਖਣਾ, ਬਾਏ ਹੁੱਕ ਔਰ ਕਰੁੱਕ ਜਿਵੇਂ ਇਸ ਤਰ੍ਹਾਂ ਹੁੰਦਾ ਨਾ ਕਿ ਉਹ ਫੈਸਲਾ ਫਿਰ ਉਸੇ ਤਰ੍ਹਾਂ ਹੀ ਕਰਾ ਲਿਆ ਗਿਆ, ਇਸ ਕਰਕੇ ਨੀਅਤਾਂ ਤੇ ਸ਼ੱਕ ਹੋ ਰਿਹਾ। ਦੂਜੀ ਗੱਲ ਜਿਹੜੀ ਚੀਫ ਮਿਨਿਸਟਰ ਨੇ ਕਹੀ ਹੈ, ਦੇਖੋ ਚੀਫ ਮਿਨਿਸਟਰ ਦਾ ਸੀਗਾ ਕਿ ਵੀ ਉਹਨਾਂ ਨੇ ਇਹ ਗੁਰਦੁਆਰਾ ਐਕਟ ਦੇ ਵਿੱਚ ਸੰਸ਼ੋਧਨ ਕਰਕੇ ਇੱਕ ਧਾਰਾ 125A ਜੋੜਤੀ ਹੈ। ਉਹਨਾਂ ਮੈਨੂੰ ਲੱਗਦਾ ਕਿ ਜਦ ਤੱਕ ਹੁਣ ਉਹਨਾਂ ਦਾ ਇਹ ਕੰਮ ਤਾਂ ਹੋ ਸਕਦਾ ਹੈ ਵੀ ਉਹ ਗਵਰਨਰ ਸਾਹਿਬ ਤੇ ਨੂੰ ਪ੍ਰੈਸ਼ਰਾਈਜ਼ ਕਰਨ ਜਾਂ ਮਨਾਣ ਕੁਝ ਵੀ ਕਰਨ ਵੀ ਉਹ ਬਿੱਲ ਜਲਦੀ ਪਾਸ ਕਰ ਦਿਓ ਜੀ, ਪਰ ਉਹਨਾਂ ਨੇ ਜਿਸ ਤਰ੍ਹਾਂ ਦੇ ਟਵੀਟ ਕੀਤੇ ਆ ਤੇ ਇਹ ਕਹਿੰਦਾ ਵੀ ਇਹ ਕੰਮ ਹੀ ਸਰਕਾਰ ਨੂੰ ਦੇ ਦਿਓ, ਸਰਕਾਰ ਵਿਵਸਥਾ ਕਰ ਦਿੰਦੀ ਹੈ। ਇਹ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਹੈ, ਇਸੇ ਤੇ ਹੀ ਸ਼ਾਇਦ ਮੈਨੂੰ ਲੱਗਦਾ ਕਿ ਮਾਰ ਨਾ ਖਾ ਜਾਣ, ਇਹ ਜ਼ਿਆਦਾ ਅੱਗੇ ਵਧ ਰਿਹਾ ਧਾਰਮਿਕ ਮਾਮਲਿਆਂ ਦੇ ਵਿੱਚ, ਇੰਨਾ ਹਸਤਕਸ਼ੇਪ ਠੀਕ ਨਹੀਂ ਹੈਗਾ ਜੋ ਮੈਨੂੰ ਆਭਾਸ ਹੋ ਰਿਹਾ ਇਸ ਚੀਜ਼ ਤੋਂ। ਭਾਸਕਰ ਸਾਹਿਬ ਵੈਸੇ ਤਾਂ ਸਵਾਲ ਇਸ ਗੱਲ ਦਾ ਵੀ ਸੀਗਾ ਕਿ ਕਿਉਂਕਿ ਪੀਟੀਸੀ ਕੋਲ ਤਾਂ ਇੱਕ ਨੈਟਵਰਕ ਬਣਿਆ ਹੋਇਆ, ਜੇ ਉਹ ਸਾਰਿਆਂ ਨੂੰ ਉਹਦੇ ਵਿੱਚ, ਮੈਂ ਜੇ ਦੇਖਾਂ ਚੜ੍ਹਦੀ ਕਲਾ ਟਾਈਮ ਟੀਵੀ ਵਾਲੇ ਵੀ ਕਰ ਰਹੇ ਆ ਪ੍ਰਸਾਰਣ, ਸੈਟੇਲਾਈਟ ਤੇ ਹੈਗੇ ਆ, ਇਸੇ ਤਰ੍ਹਾਂ ਕੁਝ ਹੋਰ ਜਿਹੜੇ ਕੇਬਲ ਤੇ ਚੈਨਲ ਅਸੀਂ ਦੇਖ ਰਹੇ ਆ ਉਹ ਸਾਰੇ ਪ੍ਰਸਾਰਿਤ ਕਰ ਹੀ ਰਹੇ ਆ ਚੀਜ਼ਾਂ ਨੂੰ। ਇਹਨਾਂ ਦੀ ਗਿਣਤੀ 4-5 ਤੋਂ ਵੱਧ ਤਾਂ ਹੈ ਨਹੀਂ, 2-3 4-5 ਚੈਨਲ ਹੈਗੇ। ਇਹ ਜੇ ਸ਼੍ਰੋਮਣੀ ਕਮੇਟੀ ਇਹਦੇ ਵਿੱਚ ਥੋੜਾ ਜਿਹਾ ਖੁੱਲਾ ਹੱਥ ਦੇ ਦਿੰਦੀ ਕਿ ਇਹ ਸਾਡੀਆਂ ਇਹ ਸ਼ਰਤਾਂ ਨੇ, ਅਸੀਂ ਜਿਹੜੇ ਸੈਟੇਲਾਈਟ ਚੈਨਲ ਪੰਜਾਬੀ ਨਾਲ ਜੁੜੇ ਆ ਔਰ ਜਿਹੜੇ ਗੁਰਬਾਣੀ ਪ੍ਰਸਾਰਣ ਕਰਦੇ ਆ ਭਾਵੇਂ ਕਿਸੇ ਵੀ ਗੁਰੂ ਘਰ ਤੋਂ ਕਰਦੇ ਆ, ਜੇ ਉਹ ਸਾਡੀਆਂ ਇਹਨਾਂ ਸ਼ਰਤਾਂ ਤੇ ਬਿਨਾਂ ਕੁਝ ਲਿਆ ਬਿਨਾਂ ਕੁਝ ਦਿੱਤਿਆਂ ਜਦੋਂ ਤੱਕ ਸਾਡਾ ਚੈਨਲ ਸ਼ੁਰੂ ਨਹੀਂ ਹੁੰਦਾ, ਜੇ ਉਹ ਪ੍ਰਸਾਰਣ ਕਰਨਾ ਚਾਹਣ ਅਸੀਂ ਉਹਨਾਂ ਨੂੰ ਫੀਡ ਮੁਹੱਈਆ ਕਰਾਵਾਂਗੇ। ਸੋ ਇੱਕ ਫੀਡ ਉਹੀ 4 ਜਾਂ 3 ਜਾਂ 5 ਜਾਂ 10 ਕੈਮਰੇ ਜਿੰਨੇ ਵੀ ਲੱਗਦੇ ਆ ਉਹਨਾਂ ਤੋਂ ਆਉਣੀ ਸੀ ਤੇ ਇੱਕੋ ਜੀ ਸਾਰਿਆਂ ਤੇ ਜਾਣੀ ਸੀ। ਜਦੋਂ ਉਹ ਪੀਟੀਸੀ ਤੇ ਜਾਣੀ ਸੀ, ਮਤਲਬ ਜੇ ਉਹ ਜਾਂਦੀ ਤਾਂ ਫਿਰ ਤਾਂ ਜਿਹੜੇ ਬੰਦੇ ਰੋਜ਼ ਸਵਿਚ ਆਨ ਕਰਦੇ ਆ ਪੀਟੀਸੀ ਦਾ ਉਹਨਾਂ ਤੇ ਉਹੀ ਕਰਨਾ ਸੀ। ਇਹਦੇ ਨਾਲ ਇੱਕ ਪਰਿਵਾਰ ਦੇ ਉੱਤੇ ਦੋਸ਼ ਨਹੀਂ ਸੀ ਆਉਣਾ, ਔਰ ਪੋਲਿਟਿਕਸ ਦੇ ਵਿੱਚ ਜਿਹੜਾ ਖੱਪਾ ਵੱਧ ਰਿਹਾ ਕਿ ਤੁਸੀਂ ਆਪਣੇ ਮਤਲਬ ਲਈ ਕਰੀ ਜਾਂਦੇ ਹੋ ਫੈਸਲੇ, ਇਹਦੇ ਤੋਂ ਵੀ ਬਚ ਜਾਣਾ ਸੀ। ਮੈਨੂੰ ਲੱਗਦਾ ਜੇ ਇਹ ਫੈਸਲਾ ਸੁਖਬੀਰ ਸਿੰਘ ਬਾਦਲ ਲੈਣਾ ਚਾਹੁੰਦੇ ਤਾਂ ਉਹ ਬਹੁਤ ਸਟੀਕ ਫੈਸਲਾ ਹੋਣਾ ਸੀ, ਮੁੱਖ ਮੰਤਰੀ ਲਈ ਵੀ ਬਹੁਤ ਮੁਸ਼ਕਲ ਹੋ ਜਾਣੀ ਸੀਗੀ, ਔਰ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਤੇ ਇਲਜ਼ਾਮ ਵੀ ਨਹੀਂ ਸੀ ਆਉਣਾ। ਕੱਲ ਜੋ ਕੁਝ ਹੋਇਆ ਉਹ ਏਦਾਂ ਲੱਗਦਾ ਸੀਗਾ ਵੀ ਇਸ ਤਰ੍ਹਾਂ ਹੀ ਹੋਏਗਾ। ਅਸੀਂ ਪਹਿਲੇ ਵੀ ਗੱਲ ਕੀਤੀ ਸੀ ਇਸ ਬਾਰੇ, ਪੀਟੀਸੀ ਨੂੰ ਉਹ ਰਾਈਟਸ ਫਿਰ ਦੁਬਾਰਾ ਦੇ ਦਿੱਤੇ ਗਏ। ਸਭ ਤੋਂ ਵੱਡੇ ਸਵਾਲ ਇਹ ਕੱਲ ਦੇ ਫੈਸਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ, ਔਰ ਗੱਲ ਪਰਸੈਪਸ਼ਨ ਦੀ ਹੈ। ਡਿਸੀਜਨ ਗਲਤ ਹੈ, ਠੀਕ ਹੈ, ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੀਟੀਸੀ ਦੇ ਕੀਤੇ ਹੋਏ ਕੰਮ, ਉਹਨਾਂ ਸਾਰੀ ਗੱਲਾਂ ਦੇ ਉੱਤੇ ਗੱਲ ਲਗਭਗ ਹੋ ਚੁੱਕੀ ਹੈ। ਗੱਲ ਤੇ ਇੱਥੇ ਖੜੀ ਹੈ ਕਿ ਪੀਟੀਸੀ ਹੀ ਕਿਉਂ, ਸਵਾਲ ਨੰਬਰ 1। ਦੂਜਾ, ਅਕਾਲ ਤਖਤ ਦੇ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸੀਗੇ, ਉਹ 1.5 ਸਾਲ ਪਹਿਲੇ ਤਕਰੀਬਨ ਉਹਨਾਂ ਨੇ ਕੁਝ ਕਿਹਾ ਸੀਗਾ, ਹੁਕਮ ਕੀਤਾ ਸੀਗਾ ਕਿ ਆਪਣਾ ਚੈਨਲ ਖੋਲੋ। ਉਹਦੇ ਉੱਤੇ ਐਸਜੀਪੀਸੀ ਨੇ ਇੱਕ ਕਦਮ ਵੀ ਤੱਕ ਵੀ ਨਹੀਂ ਵਧਾਇਆ। ਜੇ ਹੁਣ ਵਧਾਇਆ ਤੇ ਕੱਲ ਹੀ ਨਵੇਂ ਜਥੇਦਾਰ ਸਾਹਿਬ ਉਹਨਾਂ ਨੇ ਕੱਲ ਜਿਹੜਾ ਹੁਕਮ ਦਿੱਤਾ ਉਹਦੇ ਵਿੱਚ 1 ਘੰਟੇ ਦੇ ਅੰਦਰ ਅੰਦਰ ਐਕਸ਼ਨ ਹੋ ਗਿਆ। ਉਹ ਪੀਟੀਸੀ ਨੂੰ ਬੇਨਤੀ ਕੀਤੀ ਗਈ ਕਿ ਵੀ ਤੁਸੀਂ ਆਓ ਤੇ ਆਪਣਾ ਕੰਮ ਸੰਭਾਲੋ, 3 ਮਹੀਨੇ 6 ਮਹੀਨੇ ਕਿੰਨੇ ਟਾਈਮ ਵਾਸਤੇ ਇਹ ਪਤਾ ਨਹੀਂ। ਸਵਾਲ
ਪੀਟੀਸੀ ਦਾ ਨਹੀਂ ਹੈ। ਸਵਾਲ ਪੀਟੀਸੀ ਦੀ ਕੰਪੀਟੈਂਸੀ ਹੋ ਸਕਦੀ ਹੈ, ਪੀਟੀਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਇਹ ਮੁੱਦਾ ਸਭ ਤੋਂ ਵੱਡਾ ਛਾਇਆ, ਔਰ ਪਰਸੈਪਸ਼ਨ ਦੀ ਗੇਮ ਦੇ ਵਿੱਚ ਭਾਵੇਂ ਭਗਵੰਤ ਮਾਨ ਉਹਨਾਂ ਦੇ ਉੱਤੇ, ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ ਕਿ ਧਰਮ ਦੇ ਵਿੱਚ ਇੰਨਾ ਇੰਟਰਫੇਰੈਂਸ ਗਲਤ ਨਹੀਂ, ਇਹ ਇੰਟਰਫੇਰੈਂਸ ਸਹੀ ਤਦੇ ਹੀ ਹੋ ਜਾਂਦਾ ਹੈ ਜਦ ਐਸਜੀਪੀਸੀ ਉਹਨਾਂ तमाम ਗੱਲਾਂ ਦੇ ਉੱਤੇ ਅੱਗੇ ਵੱਧਦੀ ਨਜ਼ਰ ਤੇ ਆਉਂਦੀ ਹੈ ਜੋ ਸਵਾਲ ਭਗਵੰਤ ਮਾਨ ਉਹਨਾਂ ਜਾਂ ਸੰਗਤ ਚੱਕ ਰਹੀ ਹੈ। ਪਰ ਹੁਣ ਉਹਨਾਂ ਮੁੱਦਿਆਂ ਦੇ ਉੱਤੇ ਫਿਰ ਦੁਬਾਰਾ ਉੱਥੇ ਜਾਣਾ, ਇਹ ਸਾਰੀ ਗੱਲਾਂ ਹੁਣ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅੱਗੇ ਵਧਣਗੀਆਂ। ਇਹ ਸਵਾਲ ਹਜੇ ਖਤਮ ਨਹੀਂ ਹੋਏ, ਸਵਾਲ ਉੱਠਦੇ ਜਾਣਗੇ ਔਰ ਹੋਰ ਵੱਡੇ ਹੁੰਦੇ ਜਾਣਗੇ, ਔਰ ਉਹਨਾਂ ਸਵਾਲਾਂ ਦਾ ਸਾਹਮਣਾ ਪੀਟੀਸੀ, ਐਸਜੀਪੀਸੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਕਿਸ ਤਰੀਕੇ ਨਾਲ ਕਰਦੇ ਨੇ, ਇਹ ਉਹਨਾਂ ਵਾਸਤੇ ਇੱਕ ਮੁਸੀਬਤ ਹੀ ਬਣ ਜਾਏਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।